ਅੱਜ ਦਾ ਪ੍ਰਕਰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਚਨ ਹਨ ਔਰ ਇਹਨਾਂ ਵਚਨਾਂ ਵਿੱਚ ਜੋ ਕਿ ਸੁਖਮਣੀ ਸਾਹਿਬ ਬਾਣੀ ਵਿੱਚ 15ਵੀਂ ਅਸ਼ਟਪਦੀ ਹੈ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਵਿੱਚ ਹੀ ਜਿੰਨੀ ਸਿਫਤ ਪਰਮਾਤਮਾ ਦੀ ਆਉਂਦੀ ਹੈ, ਉਤਨੀ ਹੀ ਸਿਫਤ ਉਹਦੇ ਚਰਨਾਂ ਨਾਲ ਜੁੜੇ ਹੋਏ ਪਿਆਰਿਆਂ ਦੀ ਵੀ ਹੈ। ਕਿਉਂਕਿ ਅੱਜ ਤੱਕ ਪਰਮਾਤਮਾ ਦੀ ਜਿੰਨੀ ਵੀ ਕਹਾਣੀ ਚੱਲੀ, ਜਿੰਨੀ ਵੀ ਵਿਆਖਿਆ ਚੱਲੀ ਹੈ, ਉਹਦਾ ਹੋਰ ਕੋਈ ਸਬੂਤ ਨਹੀਂ ਮਿਲਦਾ ਇਸ ਧਰਤੀ ਤੇ ਕਿ ਰੱਬ ਹੈ। ਉਹਦਾ ਕੋਈ ਹੋਰ ਅਸੀਂ ਸਬੂਤ ਹੀ ਨਹੀਂ ਦੇ ਸਕਦੇ, ਕੇਵਲ ਕਹਾਣੀਆਂ ਹੀ ਲੱਗਦੀਆਂ ਨੇ। ਇਸ ਕਰਕੇ ਜਿਹੜੇ ਲੋਕ ਸਾਧ ਸੰਗਤ ਤੋਂ ਵਾਂਝੇ ਰਹਿੰਦੇ ਨੇ, ਉਹ ਪਰਮਾਤਮਾ ਤੋਂ ਵੀ ਵਾਂਝੇ ਰਹਿ ਜਾਂਦੇ ਨੇ, ਕਿਉਂਕਿ ਪਰਮਾਤਮਾ ਦਾ ਕੋਈ ਸਬੂਤ ਨਹੀਂ ਇਸ ਧਰਤੀ ਤੇ। ਪਰਮਾਤਮਾ ਦਾ ਸਬੂਤ ਹੀ ਕੋਈ ਨਹੀਂ ਹੈ, ਕਿਵੇਂ ਉਸ ਨੂੰ ਮੰਨੋਗੇ? ਉਹਦਾ ਇੱਕੋ ਹੀ ਸਬੂਤ ਹੈ ਕਿ ਜਿਹੜੇ ਸਰੀਰ ਧਾਰੀਆਂ ਵਿੱਚ ਉਹਦੀ ਜੋਤ ਪ੍ਰਗਟ ਹੋਈ ਹੈ, ਬਖਸ਼ਿਸ਼ ਬਣੀ ਹੈ, ਉਹਨਾਂ ਵੱਲ ਵੇਖ ਕੇ ਭੁਲੇਖਾ ਪੈਂਦਾ ਹੈ ਕਿ ਇਹਨਾਂ ਨੂੰ ਕੁਝ ਹੋ ਗਿਆ, ਵੱਖਰੇ ਹੋ ਗਏ ਨੇ। ਉਹਨਾਂ ਦੀ ਵੇਖਣੀ ਵਿੱਚ, ਬੋਲਣ ਵਿੱਚ, ਵਿਚਰਨ ਵਿੱਚ, ਸੌਣ ਉੱਠਣ ਵਿੱਚ, ਚਾਲ ਵਿੱਚ, ਤੁਰਨ ਵਿੱਚ ਵੀ ਫਰਕ ਪੈ ਜਾਂਦਾ। ਵੇਖ ਕੇ ਮਨੁੱਖ ਪੁੱਛਦਾ ਇਹਨੂੰ ਕੀ ਹੈ, ਕੋਈ ਰੋਗ ਤਾਂ ਨਹੀਂ ਲੱਗਾ? ਕਿਉਂਕਿ ਇਹ ਰੋਗ ਹੈ ਇੱਕ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇੰਜ ਉਹਨਾਂ ਦੇ ਘਰਦਿਆਂ ਨੇ ਬਿਮਾਰ ਸਮਝ ਲਿਆ ਸੀ। ਜਦੋਂ ਵੈਦ ਨੂੰ ਬੁਲਾਇਆ ਗਿਆ, ਬਿਲਕੁਲ ਲੱਗਦਾ ਸੀ ਜੇ ਗੁਰੂ ਨਾਨਕ ਬਿਮਾਰ ਦਿਸਦੇ ਨੇ, ਆਮ ਬੰਦੇ ਦੀ ਤੇ ਕਹਾਣੀ ਕਿਹੜੀ ਹੈ। ਆਮ ਆਦਮੀ ਤੇ ਫਿਰ ਬਿਮਾਰ ਦਿਸੇਗਾ ਹੀ। ਵੈਦ ਬੁਲਾਇਆ ਗਿਆ, ਹਰਦਾਸ ਬੜਾ ਸਿਆਣਾ ਸੀ, ਉਹਨੇ ਬੜੇ ਧਿਆਨ ਨਾਲ ਵੇਖਿਆ, ਸਾਰੇ ਸਰੀਰ ਨੂੰ ਟੋਹ ਕੇ ਨਬਜ ਵੇਖੀ, ਮੱਥੇ ਤੇ ਹੱਥ ਰੱਖਿਆ, ਤੇ ਗੁਰੂ ਨਾਨਕ ਸਾਹਿਬ ਕਈ ਦਿਨਾਂ ਤੋਂ ਮੰਜੇ ਤੇ ਆਰਾਮ ਕਰ ਰਹੇ ਸਨ। ਨਾ ਬੋਲਦੇ ਸਨ, ਨਾ ਬਹੁਤਾ ਖਾਂਦੇ ਸਨ, ਨਾ ਬਾਹਰ ਨਿਕਲਦੇ ਸਨ। ਉਹਨੇ ਜਦੋਂ ਵੇਖ ਰਿਹਾ ਤੇ ਹਜ਼ੂਰ ਥੋੜੇ ਜਿਹੇ ਹੱਸ ਪਏ, ਤੇ ਉਹਨੇ ਕਿਹਾ ਵੀ ਇਹ ਮਰੀਜ਼ ਪਹਿਲਾਂ ਵੇਖਿਆ ਜਿਹੜਾ ਮੰਜੇ ਤੇ ਪੈ ਕੇ ਹੱਸਦਾ ਹੈ। ਮੰਜੇ ਤੇ ਪੈ ਕੇ ਵੀ ਇਹਦੇ ਵਿੱਚੋਂ ਇੱਕ ਖੁਸ਼ੀ ਦੀ ਲਹਿਰ ਆ ਰਹੀ। ਤਾਂ ਜਦੋਂ ਉਹਨੇ ਬਾਂਹ ਫੜੀ, ਹਜ਼ੂਰ ਨੇ ਬਾਂਹ ਛੁਡਾ ਲਈ। ਕਹਿੰਦੇ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ। ਉਹਨੇ ਬਾਂਹ ਨੂੰ ਢੂੰਡ ਕੇ ਵੇਖਿਆ ਨਬਜ ਨੂੰ। ਭੋਲਾ ਵੈਦ ਨਾ ਜਾਣਈ, ਕਰਕ ਕਰੇਜੇ ਮਾਹੇ। ਕਹਿੰਦੇ ਨੇ ਦਰਦ ਕਿਤੇ ਹੋਰ ਹੈ, ਤੂੰ ਨਬਜ ਵੇਖੀ ਜਾਂਦਾ। ਗੁਰਬਾਣੀ ਵਿੱਚ ਉਸ ਦਰਦ ਦਾ ਜ਼ਿਕਰ ਆਇਆ ਹੈ, ਸਾਫ਼-ਸਾਫ਼ ਕਿਹਾ ਗਿਆ ਹੈ, ਦੁੱਖ ਲੱਗੈ ਦਰਦ ਰਹਿ ਸਰੀਰ। ਐਸੇ ਲੋਕਾਂ ਦੇ ਸਰੀਰ ਵਿੱਚ ਕਿਤੇ ਦਰਦ ਹੁੰਦੀ ਹੈ, ਇਹ ਸਾਫ਼ ਬਾਣੀ ਵਿੱਚ ਲਿਖਿਆ। ਕਬੀਰ ਸਾਹਿਬ ਨੇ ਵੀ ਆਪਣੇ ਬਚਨਾਂ ਵਿੱਚ ਲਿਖਿਆ। ਹੋਰ ਵੀ ਕਈ ਥਾਵਾਂ ਤੇ ਇਹ ਬਚਨ ਆਉਂਦੇ ਨੇ ਜਿਹਦੇ ਵਿੱਚ ਦਰਦ ਦਾ ਜ਼ਿਕਰ ਆਉਂਦਾ। ਪ੍ਰੇਮ ਦੀ ਦਰਦ, ਸੋ ਕਤ ਜਾਣੈ ਪੀਰ ਪਰਾਈ, ਜਾਂ ਕੈ ਅੰਤਰ ਦਰਦ ਨਾ ਪਾਈ। ਇੱਥੇ ਹੋਰ ਬਚਨ ਕੀਤੇ, ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਕਹਿੰਦੇ ਐਸੇ ਤੀਰ ਉਹਨਾਂ ਨੂੰ ਵੱਜੇ ਨੇ, ਉਹਨਾਂ ਦੀ ਦਰਦ ਨਾ ਤੀਰ ਦਿਸਦਾ, ਨਾ ਜ਼ਖਮ ਦਿਸਦਾ। ਰਾਮ ਭਗਤ ਅਣਿਆਲੇ ਤੀਰ, ਅਣਿਆਲੇ ਦਾ ਮਤਲਬ ਅਣੀਆਂ ਵਾਲੇ ਤੀਰ ਉਹਨਾਂ ਨੂੰ ਵੱਜ ਗਏ। ਉਹਨਾਂ ਨੂੰ ਐਸੇ ਤੀਰ ਖੁੱਭੇ, ਇੱਕ ਦਰਦ ਵਿੱਚ ਰਹਿੰਦੇ ਨੇ। ਤਾਂ ਜਿਹੜੀ ਬੇਨਤੀ ਕਰ ਰਿਹਾ ਸੀ, ਇਸ ਧਰਤੀ ਤੇ ਪਰਮਾਤਮਾ ਦੀ ਹੋਰ ਕੋਈ ਖਬਰ ਨਹੀਂ ਦੇ ਸਕਦਾ, ਭਾਵੇਂ ਕਿੰਨੇ ਉਹਦੇ ਪ੍ਰਮਾਣ ਦਿੱਤੇ ਜਾਣ। ਬਸ ਉਹਦੀ ਖਬਰ, ਜਾਂ ਇਉਂ ਕਹੀਏ
शराब की खबर शराबियां विचों मिलती है कि वह किन्ना कु तेज है, ਉਹਦੇ ਵਿੱਚ किन्ने % नशा है। पीण वालियां तो पता लगेगा, वैसे की बोतल विच बंद पिया, कोई कही जाए शराब है कि नहीं, की पता रंग ही घोलिया होवे। किवें पता लगेगा? जदों किसी ने अपने अंदर लंघा दिता, जदों किसी दे पैर डगमगा गए, चाल बदल गई, शब्द थिड़कन लग पे, अखां होर हो गईयां ते समझणगे ने शराब पीती। शराब प्रगट होई शराबी करके, रोग प्रगट होया रोगी करके, ते साध संगत जी परमात्मा प्रगट होया अपने भगतां करके। कबीर जी ने और भगत नामदेव जी ने इनू खुलासा भी किया, स्पष्ट कह दिता है कि प्रभ ते जन जानीजै, जन ते स्वामी। प्रभु जिहड़ा वो अपने जना करके, भगतां करके, गुरमुखां करके ही प्रगट हुंदा है, नहीं तो उसकी कोई खबर नहीं इस धरती ते। प्रभ ते जन जानीजै, उन्हां करके जानिया जांदा, जन ते स्वामी। और जिहड़े जन उन्हां तो स्वामी परमात्मा प्रगट हुंदा है, ते परमात्मा करके वो प्रगट हुंदे ने। दोवां दी इक्को जी लैणी देनी है। इस करके गुरबाणी विच जिथे प्रभु की उस्तत है, जे ये अत कथनी ना होवे तो उहदे प्यारियां दी उस्तत उस तो किते थोड़ा जिहा ज़्यादा है, घट नहीं, क्योंकि वो मुੱਢ मूल ने, शुरुआत उथों दी। गुरबाणी ते गुरमत का यह सिद्धांत इत्थे खड़ा है कि तू जिन्ना चिर साध संगत ना कीती, भगत रविदास जी कहते ने साध संगत बिन भाव नहीं उपजै। प्रेम प्रेम ते सारे कहते ना, अखां मल के लाल कर लईए कोई वड्डी गल नहीं। कलगियां वाले पातशाह कहते ने अखां विच सरों दा तेल पाईए, अखां लाल हो जांदियां, पानी वगन लग पैंदा, कोई बहुती वड्डी गल नहीं। इहनूं प्रेम ना समझना। स्वाद तां है जे अखां नूं रोकना चाहे आदमी ते रुके ना पानी, वो है प्रेम। इस तरह कहते कि ऐसे मनुख जिन्हां करके प्रभु प्रगट होए संसार विच, उन्हां दी वार्ता गुरबाणी विच बहुत ज़्यादा है, क्योंकि साध संगत बिना भाव नहीं उपजै। ये शरीरां तो शरीरां नूं लगदा प्रेम जिहड़ा है, ख्याल रखना। एक शरीर तो दूजे नूं लगदा है, सीधा नहीं लगदा, ख्याल रखना। शरीरां नूं शरीरां तो जिवें कुछ रोग लगदे ना, एक दूजे दे कपड़ियां तो, एक दूजे दे कोल रिहां, किते टच हो जाना, खाना पीना, उहदे नाल कई रोग लगदे ने। धर्म का जिहड़ा रोग है शरीरां नाल संबंधित, इस तो बिना नहीं। ये ठीक है, शब्द गुरु है, जुड़ना शब्द नाल है, पर शब्द वसेगा जदों साध संगत करोगे, वैसे नहीं। साध संगत बिना भाव नहीं उपजै। ते जिहड़ी भगती असीं करदे फिरने आ, भाव बिन भगत ना होए तेरी, प्रेम तो बिना भगती हुंदी ही नहीं। करी जाने आ, खाली लिखिया जांदा, रफ उड़ जांदा, नालों नाल मिट जांदा। वो बोले हुए शब्द हवा उड़ा के लै जाती। प्रेम तो सखणे हन, खाली हन। शब्द उस शब्द तो खाली हुंदे ने जो प्रभु दे दर तो आ रहा है, सखणे हो जाते ने, खाली शब्द। इस करके अज दी अष्टपदी विच उसे प्रकरण नूं फिर दोहराया गया, जिहदे विच हजूर गुरु अर्जन देव पातशाह कहंदे, जिस वखर को लैन तू आया। जिस वखर, जिस पूंजी नूं तू लैण वास्ते इस धरती ते आया है, होर इत्थे तेरे आउण दा कोई प्रयोजन नहीं सी। बड़े घट लोकां नूं इस चीज़ की समझ आई असीं की करन आए हां। नहीं तो साडी हालात इस तरह, कोई आदमी बाजार विच फिरदा रहा सारा दिन, किसे पुछया की लैण आया, कहन लगा पता नहीं, कुछ भी नहीं, जो मिल गया लै लवांगे, ना मिलिया खाली चले जाएंगे। साडी हालात ऐसी है, असी तुरी जाने आ, पर सानू पता नहीं साडे कदम किधर जा रहे हैं, साडा मार्ग कोई नहीं है, रस्ता कोई नहीं। भटकते हाँ संसार दे विच, जीवन दे विच थक भी जाने आ, पहुँचते किदे ने। जे पूरे गुरु ग्रंथ साहिब जी नूं पुछया जाए कि क्यों आए हाँ, तो साहब ये दस देंदे ने, जिस वखर को लैण तू आया, जिस वपार नूं तू लैण वास्ते आया, जिस पूंजी नूं तू इकट्ठी करन आया, वो पूंजी है नाम धन, प्रभु की याद दा खजाना। वो जिहड़ा नाम दा धन तू लैण वास्ते आया, इत्थे इकट्ठा करन वास्ते आया,
ਤੈਨੂੰ ਇਸ ਚੀਜ਼ ਦਾ ਫਿਰ ਪਤਾ ਹੋਣਾ ਚਾਹੀਦਾ ਨਾ। ਲੈਣ ਤਾਂ ਤੂੰ ਆ ਗਿਆ, ਪਹਿਲੀ ਗੱਲ ਤਾਂ ਤੈਨੂੰ ਸਮਝ ਨਹੀਂ ਲੱਗੀ ਕੀ ਲੈਣ ਆਇਆ। ਫਿਰ ਤੈਨੂੰ ਦੱਸ ਦਿੱਤਾ ਕਿ ਇੱਥੇ ਤੂੰ ਨਾਮ ਦਾ ਧਨ ਲੈਣ ਆਇਆ। ਹੁਣ ਤੈਨੂੰ ਦੁਕਾਨ ਦਾ ਹੀ ਪਤਾ ਨਹੀਂ, ਕਿਸੇ ਹੋਰ ਦੁਕਾਨ ਤੋਂ ਪੁੱਛਦਾ ਫਿਰੇਂਗਾ, ਉੱਥੋਂ ਮਿਲੇਗਾ ਨਹੀਂ। ਤੂੰ ਖਰੀਦਣਾ ਕੁਝ ਹੋਰ ਚਾਹੁੰਦਾ, ਦੁਕਾਨ ਕਿਸੇ ਹੋਰ ਤੇ ਖੜਾ ਹੈ। ਜਿੰਨਾ ਚਿਰ ਉਸ ਬਾਜ਼ਾਰ ਵਿੱਚ ਨਾ ਪਹੁੰਚਿਆ ਜਿੱਥੇ ਉਹ ਨਾਮ ਦਾ ਧਨ ਮਿਲਦਾ ਹੈ, ਉਹਨਾਂ ਚਿਰ ਉਹ ਮਿਲੇਗਾ ਕਿਵੇਂ? ਤਾਂ ਸਿੱਖ ਅਰਦਾਸ ਕਰਦਾ ਸਤਿਗੁਰੂ ਦੇ ਚਰਨਾਂ ਵਿੱਚ ਕਿ ਜੋ ਕੁਝ ਲੈਣ ਆਇਆ ਉਹ ਤੇ ਨਾਮ ਧਨ ਹੈ। ਮਿਲੇਗਾ ਕਿੱਥੋਂ, ਕਿਹੜੇ ਘਰ ਵਿੱਚੋਂ ਮਿਲੇਗਾ, ਕਿਸ ਥਾਂ ਤੋਂ ਮਿਲੇਗਾ? ਤੇ ਗੁਰੂ ਅਰਜਨ ਦੇਵ ਸਾਹਿਬ ਜਵਾਬ ਦਿੰਦੇ ਕਹਿੰਦੇ, ਰਾਮ ਨਾਮ ਸੰਤਨ ਘਰ ਪਾਇਆ। ਸਾਧੂਆਂ ਦੇ ਕੋਲ, ਗੁਰਮੁਖਾਂ ਦੇ ਕੋਲ ਇੱਕ ਉੱਥੇ ਤੋਸ਼ਾ ਹੈ, ਉਹਨਾਂ ਦਾ ਖਜ਼ਾਨਾ ਹੈ। ਉਹਦੇ ਵਿੱਚ ਉਹ ਭਰ ਕੇ ਰੱਖਦੇ ਨੇ, ਪੂਰੀ ਤਰ੍ਹਾਂ ਭਰਿਆ ਹੋਇਆ ਖਜ਼ਾਨਾ ਉਹਨਾਂ ਦਾ। ਬੜੇ ਅਮੀਰ ਨੇ, ਬੜੇ ਧਨਾੜ ਨੇ, ਔਰ ਉਸ ਖਜ਼ਾਨੇ ਦੇ ਘਟਣ ਦਾ ਵੀ ਕੋਈ ਖਤਰਾ ਨਹੀਂ। ਇਸ ਤਰ੍ਹਾਂ ਦਾ ਖਜ਼ਾਨਾ ਹੈ ਜਿਹਨੂੰ ਸਾਹਿਬ ਕਹਿੰਦੇ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਖਰਚ ਕਰੀ ਜਾਓ ਜਿੰਨਾ ਮਰਜੀ, ਉਹਦੇ ਘਟਣ ਦਾ ਕੋਈ ਖਤਰਾ ਨਹੀਂ, ਕੋਈ ਚਿੰਤਾ ਨਹੀਂ। ਉਹ ਧਨ ਸਦੀਵ ਕਾਲ ਵਾਸਤੇ ਇੱਕੋ ਜਿਹਾ ਰਹਿੰਦਾ। ਜਿਹਨੂੰ ਸਾਹਿਬ ਕਹਿੰਦੇ, ਖਾਵਹਿ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੈ ਵਧ ਦੋ ਜਾਈ। ਪ੍ਰਭੂ ਦੀ ਜਿਹੜੀ ਬਖਸ਼ਿਸ਼ ਹੈ ਨਾ, ਗੁਰੂ ਦੀ ਕਿਰਪਾ, ਸਾਧ ਸੰਗਤ ਤੋਂ ਕਦੀ ਨਹੀਂ ਘਟੀ। ਦੁਨੀਆ ਦਾ ਧਨ ਘਟ ਜਾਂਦਾ ਹੈ, ਕਦੀ ਉਹਦੇ ਵਿੱਚ ਨੁਕਸਾਨ ਹੋ ਜਾਂਦਾ, ਕਦੀ ਫਾਇਦਾ। ਪਰ ਇਹ ਜਿਹੜਾ ਨਾਮ ਦਾ ਧਨ ਪ੍ਰਭੂ ਦੇ ਪਿਆਰਿਆਂ ਦੇ ਘਰ ਵਿੱਚ, ਰਾਮ ਨਾਮ ਸੰਤਨ ਘਰ ਪਾਇਆ, ਉਹਨਾਂ ਦੇ ਘਰ ਵਿੱਚ ਹੈ। ਉਹਨਾਂ ਨਾਲ ਤੈਨੂੰ ਲੈਣ ਦੇਣ ਕਰਨਾ ਪਏਗਾ, ਉਹਨਾਂ ਦੇ ਨਾਲ ਤੈਨੂੰ ਤੁਰਨਾ ਪਏਗਾ। ਭਗਤ ਰਵਿਦਾਸ ਜੀ ਦਾ ਇੱਕ ਬਹੁਤ ਸੁੰਦਰ ਸ਼ਬਦ ਜਿਹਦੇ ਵਿੱਚ ਉਹਨਾਂ ਨੇ ਇਸ ਖਿਆਲ ਨੂੰ ਹੋਰ ਪਰਪੱਕ ਕਰ ਦਿੱਤਾ, ਸਾਫ਼ ਕਰ ਦਿੱਤਾ ਕਿ ਇਸ ਮਾਰਗ ਤੇ ਜੇ ਤੂੰ ਤੁਰਨਾ ਤੇ ਸੰਗਤ ਤੋਂ ਬਿਨਾਂ ਨਾ ਜਾਈਂ, ਕਿਉਂਕਿ ਰਾਹ ਟੇਢਾ ਮੇਢਾ ਬਹੁਤ ਹੈ। ਇਸ ਰਸਤੇ ਦੇ ਵਿੱਚ ਉੱਚਾ ਨੀਵਾਂ ਥਾਂ ਬੜਾ ਹੈ, ਪਹਾੜ ਨੇ, ਕਿਤੇ ਟੋਏ ਨੇ। ਰਸਤੇ ਦਾ ਤੈਨੂੰ ਪਤਾ ਨਹੀਂ, ਮਾਰਗ ਦਾ ਤੈਨੂੰ ਪਤਾ ਨਹੀਂ। ਤਾਂ ਉਹਨਾਂ ਨੇ ਇੱਕ ਬਹੁਤ ਸੁੰਦਰ ਦਲੀਲ ਦਿੱਤੀ, ਭਗਤ ਰਵਿਦਾਸ ਜੀ ਨੇ। ਪੁਰਾਣੇ ਸਮੇਂ ਦੀ ਦਲੀਲ ਹੈ ਔਰ ਹੁਣ ਵੀ ਉਹ ਕੰਮ ਦਿੰਦੀ ਹੈ। ਉਹ ਕਹਿੰਦੇ, ਤੁਸੀਂ ਕਦੀ ਵੇਖਿਆ ਹੋਵੇਗਾ ਕਿ ਜਿਹੜੇ ਲੋਕ ਉਸ ਵੇਲੇ ਗੱਡੇ ਹੁੰਦੇ ਸਨ ਜਾਂ ਬਲਦ, ਪਹਿਲਾਂ ਤੇ ਗੱਡੇ ਵੀ ਨਹੀਂ ਸਨ, ਬਲਦਾਂ ਦੇ ਉੱਤੇ ਵਪਾਰ ਕੀਤਾ ਜਾਂਦਾ ਸੀ ਲੱਦ ਕੇ, ਘੋੜਿਆਂ ਤੇ, ਬਲਦਾਂ ਤੇ, ਹਾਥੀਆਂ ਤੇ, ਊਂਠਾਂ ਤੇ। ਇੱਕ ਥਾਂ ਤੋਂ ਸੌਦਾ ਇੱਕ ਸ਼ਹਿਰ ਵਿੱਚੋਂ ਲੱਦਿਆ ਜਾਂਦਾ ਸੀ ਤੇ ਸੈਂਕੜੇ ਮੀਲਾਂ ਦਾ ਪੰਧ ਕਰਕੇ ਦੂਸਰੇ ਸ਼ਹਿਰ ਪਹੁੰਚਾਇਆ ਜਾਂਦਾ ਸੀ। ਇਹ ਤਰੀਕਾ ਸੀ, ਹੋਰ ਕੋਈ ਰਸਤਾ ਨਹੀਂ ਸੀ। ਫਿਰ ਉਹ ਜਿਹੜੇ ਬਲਦ ਸਨ, ਇੱਕ ਦੋ ਨਹੀਂ, ਉਹ ਫਿਰ ਸੈਂਕੜਿਆਂ ਦੀ, ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਤੋਰੇ ਜਾਂਦੇ ਸਨ। ਉਹਨਾਂ ਨੂੰ ਅੱਜ ਦੀ ਬੋਲੀ ਵਿੱਚ ਆਪਾਂ ਕਹਿ ਦਿਆਂਗੇ ਕਾਫਲਾ। ਉਸ ਵੇਲੇ ਦੀ ਭਾਸ਼ਾ ਵਰਤੀ ਜਾਂਦੀ ਸੀ ਟਾਂਡਾ, ਟਾਂਡਾ ਕਹਿੰਦੇ ਸਨ ਉਹਨਾਂ ਨੂੰ, ਕਾਫਲਾ। ਲੰਬੀ ਲਾਈਨ ਉਹਨਾਂ ਬਲਦਾਂ ਦੀ ਜਿਨ੍ਹਾਂ ਤੇ ਸੌਦਾ ਲੱਦਿਆ ਜਾਂਦਾ ਸੀ। ਜਿਵੇਂ ਅੱਜ ਤੁਸੀਂ ਵੇਖੋਗੇ, ਅੱਜ ਸਾਧਨ ਬਦਲ ਗਏ ਨੇ, ਅੱਜ ਗੱਡੀਆਂ ਨੇ, ਟਰੱਕ ਨੇ, ਪਰ ਉਹ ਵੀ ਤੁਸੀਂ ਵੇਖੋਗੇ ਕਾਫਲੇ ਵਿੱਚ ਤੁਰਦੇ ਨੇ। 10, 20, 30, 50 ਇਕੱਠੇ ਦੂਰ ਦੂਰ ਜਾਂਦੇ ਨੇ, ਹਜ਼ਾਰਾਂ ਕਿਲੋਮੀਟਰ ਦੇ ਸਫ਼ਰ ਵਿੱਚ। ਉਹ ਟਾਂਡਾ ਉਸ ਨੂੰ ਕਹਿੰਦੇ ਸਨ। ਭਗਤ ਰਵਿਦਾਸ ਜੀ ਕਹਿੰਦੇ ਕਿ ਤੂੰ ਜਿਸ ਮਾਰਗ ਤੇ ਤੁਰਨ ਲੱਗਾ, ਉਹ ਮਾਰਗ ਉੱਚਾ ਨੀਵਾਂ ਹੈ। ਫਿਰ ਜਿਸ ਮਨ ਰੂਪੀ ਬਲਦ ਦੇ ਉੱਤੇ ਤੂੰ ਰੱਬ ਦੇ ਨਾਮ ਦੀ ਪੂੰਜੀ ਲੱਦਣੀ ਹੈ ਨਾ, ਉਹ ਕਮਜ਼ੋਰ ਬੜਾ ਹੈ। ਮਨ ਵਿੱਚ ਕਮਜ਼ੋਰੀ ਬੜੀ, ਬੇਵਿਸ਼ਵਾਸੀ ਬੜੀ, ਪ੍ਰਤੀਤੀ ਉਹਦੇ ਵਿੱਚ ਹੈ ਨਹੀਂ। ਇਸ ਕਰਕੇ ਤੂੰ ਇੱਕ ਕੰਮ ਕਰ, ਤੂੰ ਆਪਣੇ ਨਾਲ ਦੇ ਜਿਹੜੇ ਲੋਕ ਨੇ ਨਾ, ਜਿਹੜੇ ਤੇਰੇ ਨਾਲ ਤੁਰਨ ਵਾਲੇ ਨੇ ਇਸ ਮਾਰਗ ਤੇ, ਤੂੰ ਉਹਨਾਂ ਨਾਲ ਸਾਂਝ ਬਣਾ। ਤੂੰ ਇਕੱਲਾ ਨਾ ਤੁਰੀ, ਕਿਉਂਕਿ ਇੱਕ ਤੇ ਪੈਂਡਾ ਦੂਰ ਦਾ, ਇੱਕ ਰਾਹ ਵਿੱਚ ਚਿੱਕੜ ਹੈ, ਰਾਹ ਵਿੱਚ ਉੱਚਾ ਨੀਵਾਂ ਹੈ, ਔਰ ਇਹ ਸੱਚਾਈ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ, ਗਲੀਆ ਹੈ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ। ਭਾਵੇਂ ਕਿ ਉਦਾਹਰਨ ਬਾਹਰ ਦੀ ਹੈ, ਚਿੱਕੜ ਦੀ ਗੱਲ ਕੀਤੀ, ਕਹਿੰਦੇ ਗਲੀ ਵਿੱਚ, ਰਾਹ ਵਿੱਚ ਚਿੱਕੜ ਬੜਾ ਹੈ,
ਗਲੀਆਂ ਚਿੱਕੜ, ਭਾਵੇਂ ਕਿ ਬਾਹਰ ਦੀ ਗੱਲ ਹੈ, ਇੱਥੇ ਚਿੱਕੜ ਹੋਰ ਚੀਜ਼ਾਂ ਦਾ ਹੈ। ਜਦੋਂ ਇਸ ਮਾਰਗ ਤੇ ਤੁਰਨੇ ਆ ਸਾਧ ਸੰਗਤ, ਕਈ ਚਿੱਕੜ ਰਾਹ ਵਿੱਚ ਆਉਂਦੇ ਨੇ, ਰੁਕਾਵਟਾਂ ਆਉਂਦੀਆਂ ਨੇ, ਖਾਸ ਕਰਕੇ ਉਹਨਾਂ ਦੇ ਰਾਹ ਵਿੱਚ। ਕਈ ਵਾਰੀ ਅਸੀਂ ਕਹਾਂਗੇ ਨਾ ਵੀ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੇ ਰਾਹ ਵਿੱਚ ਕਈ ਸੰਸਾਰਕ ਰੁਕਾਵਟਾਂ ਆਉਂਦੀਆਂ ਨੇ ਧਰਮ ਦੇ ਮਾਰਗ ਤੇ ਤੁਰਦੇ। ਕਈ ਵਾਰੀ ਸੰਸਾਰੀਆਂ ਦੇ ਮਾਰਗ ਵਿੱਚ ਕੋਈ ਰੁਕਾਵਟ ਆਉਂਦੀ ਨਹੀਂ ਦਿਸਦੀ, ਉਹ ਬਿਲਕੁਲ ਆਰਾਮ ਨਾਲ ਰਹਿੰਦੇ ਦਿਸਦੇ ਨੇ। ਇਹਨੂੰ ਧਿਆਨ ਵਿੱਚ ਰੱਖਣਾ। ਇੱਕ ਤਾਂ ਜੇ ਧਰਮ ਦੇ ਮਾਰਗ ਤੇ ਤੁਰਨਾ ਤਾਂ ਉਹਨੂੰ ਸ਼ਰਤ ਲਾ ਕੇ ਨਹੀਂ ਤੁਰਨਾ ਚਾਹੀਦਾ ਵੀ ਜੀਵਨ ਵਿੱਚ ਰੁਕਾਵਟ ਤੇ ਵੈਸੇ ਵੀ ਆ ਸਕਦੀ ਹੈ। ਜੇ ਅਸੀਂ ਜੋੜ ਦਿੱਤਾ ਵੀ ਹੁਣ ਧਰਮੀ ਹੋਏ ਕਿ ਸਾਡੀ ਸਾਰਾ ਕੁਝ ਬਿਲਕੁਲ ਉਸੇ ਤਰ੍ਹਾਂ ਹੋਵੇ ਜਿਵੇਂ ਅਸੀਂ ਚਾਹੁੰਦੇ ਹਾਂ, ਤੇ ਇਸ ਤਰ੍ਹਾਂ ਮੁਮਕਿਨ ਨਹੀਂ ਹੁੰਦਾ। ਦੂਸਰੀ ਗੱਲ, ਰੁਕਾਵਟਾਂ ਉਹਨਾਂ ਨੂੰ ਆਉਂਦੀਆਂ ਜਿਹੜੇ ਤੁਰਦੇ ਨੇ। ਜਿਹੜਾ ਆਦਮੀ ਮੁਰਦਾ ਹੈ ਉਹਨੂੰ ਕਿੱਥੇ ਰੁਕਾਵਟ ਆਉਣੀ, ਪਿਆ ਇੱਕੋ ਥਾਂ। ਠੇਡਾ ਉਸੇ ਨੂੰ ਲੱਗਦਾ ਜਿਹੜਾ ਤੁਰੇ, ਜਿਹੜਾ ਤੁਰੇ ਨਹੀਂ ਉਹਨੂੰ ਠੇਡਾ ਕਾਹਦਾ ਲੱਗਣਾ। ਸੰਸਾਰੀ ਤੇ ਇੱਕ ਮੁਰਦੇ ਵਾਂਗ ਇੱਕੋ ਥਾਂ ਤੇ ਹੀ ਡਿੱਗਾ ਹੋਇਆ ਹੈ। ਉਹਨੂੰ ਖਾਣ ਵਾਸਤੇ ਮਿਲਿਆ, ਉੱਥੇ ਖਾਈ ਆਉਂਦਾ। ਉਹ ਇੱਕ ਸਿਰਫ ਅਨਾਜ ਮੁਕਾਉਣ ਵਾਲੀ ਮਸ਼ੀਨ ਹੈ, ਉਹਨੇ ਖਤਮ ਕਰਨਾ ਤੇ ਚਲੇ ਜਾਣਾ। ਜਿਹੜੇ ਉੱਚੇ ਚੜ੍ਹਦੇ ਨਾ ਸਫ਼ਰ ਵਿੱਚ, ਉੱਚੀ ਥਾਂ ਤੇ ਜਾਂਦੇ ਨੇ, ਉਹਨਾਂ ਨੂੰ ਸਾਧ ਸੰਗਤ ਕਿਤੇ ਨਾ ਕਿਤੇ ਫਿਰ ਰੁਕਾਵਟ ਖਬਰ ਹੀ ਇਸ ਚੀਜ਼ ਦੀ ਦਿੰਦੀ ਕਿ ਤੁਸੀਂ ਸਫ਼ਰ ਵਿੱਚ ਹੋ। ਜੇ ਸਫ਼ਰ ਵਿੱਚ ਨਹੀਂ ਤੇ ਕੋਈ ਰੁਕਾਵਟ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ, ਭਗਤ ਜੀ ਨੇ ਉਦਾਹਰਨ ਦਿੱਤੀ ਕਿ ਤੂੰ ਕੱਲਾ ਨਾ ਤੁਰੀ, ਕਿਉਂਕਿ ਰਾਹ ਜਿਹੜਾ ਹੈ ਉਹਦੇ ਵਿੱਚ ਚਿੱਕੜ ਹੈ। ਫਰੀਦ ਸਾਹਿਬ ਕਹਿੰਦੇ, ਗਲੀਏ ਚਿੱਕੜ ਦੂਰ ਘਰ, ਘਰ ਥੋੜ੍ਹਾ ਜਿਹਾ ਉਹਦਾ ਦੂਰ ਹੈ। ਇਹ ਦੋਵੇਂ ਚੀਜ਼ਾਂ ਗੁਰਬਾਣੀ ਵਿੱਚ ਆਈਆਂ ਨੇ, ਦੂਰ ਵੀ ਤੇ ਨੇੜੇ ਵੀ। ਜਿੱਥੇ ਅਸੀਂ ਖੜੇ ਹਾਂ ਸਾਨੂੰ ਦੂਰ ਸਮਝਣਾ ਚਾਹੀਦਾ ਹੈ। ਜੇ ਅਸੀਂ ਦੂਰ ਨਾ ਸਮਝਿਆ ਤੇ ਅਸੀਂ ਯਤਨ ਨਹੀਂ ਕਰਾਂਗੇ ਪਹੁੰਚਣ ਦਾ। ਜੇ ਅਸੀਂ ਕੇਵਲ ਸਾਧ ਸੰਗਤ ਜੀ ਉਪਨਿਸ਼ਦ ਪੜ੍ਹ ਕੇ, ਅਸ਼ਟਾਵਕਰ ਦੀ ਗੀਤਾ ਪੜ੍ਹ ਕੇ, ਕਿਉਂਕਿ ਉਹਦੇ ਵਿੱਚ ਉਹ ਗਿਆਨ ਦਿੱਤਾ ਗਿਆ ਜਦੋਂ ਬੰਦਾ ਆਦਮੀ ਪਹੁੰਚ ਗਿਆ, ਉਹ ਸਾਨੂੰ ਨਹੀਂ ਪੜ੍ਹਨਾ ਚਾਹੀਦਾ ਬਹੁਤਾ ਗਿਆਨ। ਜਿਹੜਾ ਕਹਿੰਦਾ ਵੀ ਤੁਸੀਂ ਸਮਝ ਲਓ ਬਸ ਪਰਮਾਤਮਾ ਹੋ, ਅਹੰਸ ਬ੍ਰਹਮ, ਉਹ ਨੁਕਸਾਨ ਕਰ ਜਾਏਗਾ। ਪਹੁੰਚੇ ਕਿਤੇ ਵੀ ਨਹੀਂ, ਖੜੇ ਉੱਥੇ ਹੀ ਆ। ਉਹੀ ਆਦਤਾਂ, ਉਹੀ ਜੀਵਨ ਹੈ। ਬਸ ਇੱਕ ਕਿਤਾਬ ਪੜ੍ਹ ਲਈ, ਉਹਦੇ ਵਿੱਚ ਲਿਖਿਆ ਸੀ ਤੁਸੀਂ ਰੱਬ ਹੋ, ਬਸ ਅਸੀਂ ਮਿਹਨਤ ਕਰਨੀ ਛੱਡ ਦਿੱਤੀ। ਸਤਿਗੁਰੂ ਨੇ ਕਿਹਾ ਨਹੀਂ, ਅਜੇ ਤੂੰ ਨੇੜੇ ਨਾ ਸਮਝੀ, ਅਜੇ ਤੂੰ ਦੂਰ ਸਮਝ ਉਹਨੂੰ, ਦੂਰ ਸਮਝ ਕੇ ਉਹਨੂੰ ਪ੍ਰੇਮ ਕਰ, ਤਾਂ ਕਿ ਤੇਰਾ ਮਨ ਅੰਦਰੋਂ ਸ਼ੁੱਧ ਹੋਵੇ ਉਹਦੇ ਪ੍ਰੇਮ ਦੀ ਅੱਗ ਵਿੱਚ। ਤਾਂ ਇੱਥੇ ਕਹਿੰਦੇ, ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਇਹ ਵੀ ਇੱਕ ਸ਼ਰਤ ਹੈ, ਜੇ ਚੱਲੇਗਾ ਤੇ ਕੰਬਲੀ ਨੇ ਭਿੱਜਣਾ ਹੀ ਹੈ। ਜੇ ਸਫ਼ਰ ਕਰੇਗਾ ਤੇ ਕੰਬਲੀ ਨੇ ਜ਼ਰੂਰ ਭਿੱਜਣਾ, ਤੇ ਉਹਨੇ ਭਾਰੀ ਵੀ ਹੋਣਾ। ਸਫ਼ਰ ਵਿੱਚ ਤੁਰੇਗਾ, ਜੇ ਕਿਸੇ ਕੋਨੇ ਵਿੱਚ ਬੈਠਾ ਰਿਹਾ, ਫਿਰ ਨਾ ਕੰਬਲੀ ਤੇ ਕਣੀਆਂ ਪਈਆਂ, ਨਾ ਕੁਝ ਭਿੱਜੇਗਾ। ਇਸ ਤਰ੍ਹਾਂ ਦੂਰੀ ਦਾ ਸਫ਼ਰ, ਚਿੱਕੜ ਨਾਲ ਭਰਿਆ ਹੋਇਆ ਤਿਲਕਣਾ ਸਫ਼ਰ, ਜਿਹਨੂੰ ਫਰੀਦ ਸਾਹਿਬ ਕਹਿੰਦੇ, ਉਹਦਾ ਹੀ ਜ਼ਿਕਰ ਰਵਿਦਾਸ ਜੀ ਕਰਦੇ ਨੇ। ਬਹੁਤ ਮਹਿੰਗਾ ਸ਼ਬਦ, ਪਿਆਰਾ ਸ਼ਬਦ ਕਹਿੰਦੇ, ਘਟ ਆਵ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਅਰਦਾਸ ਕੀਤੀ ਪ੍ਰਭੂ ਦੇ ਚਰਨਾਂ ਵਿੱਚ, ਹੈ ਪ੍ਰਭੂ ਘਟ ਅਵ ਘਟ, ਘਟ ਦੇ ਅਰਥ ਨੇ ਰਸਤਾ, ਅਵ ਘਟ ਵਿੰਗਾ ਟੇਢਾ, ਉੱਚਾ ਨੀਵਾਂ ਰਸਤਾ ਤੇਰੇ ਘਰ ਦਾ। ਡੂਗਰ ਘਣਾ, ਪਹਾੜ ਨੇ, ਕਿਤੇ ਖਾਈਆਂ ਨੇ ਰਾਹ ਵਿੱਚ, ਉੱਚੇ ਨੀਵੇਂ ਥਾਂ ਨੇ। ਇੱਕ ਨਿਰਗੁਣ, ਨਿਰਗੁਣ ਦਾ ਅਰਥ ਹੈ ਕਮਜ਼ੋਰ। ਬੈਲ ਹਮਾਰ, ਸਾਡਾ ਜਿਹੜਾ ਮਨ ਹੈ ਨਾ, ਕਮਜ਼ੋਰ ਬੜਾ ਇਸ ਰਾਹ ਤੇ ਜਾਣ ਲੱਗੇ। ਇਹਦਾ ਕੀ ਭਰੋਸਾ, ਕਦੇ ਕਦੀ ਭੁਲੇਖਾ ਲੱਗ ਜਾਂਦਾ ਹੈ। ਹੁਣ ਤੇ ਸ਼ੁੱਧ ਹੋ ਹੀ ਗਿਆ ਲੱਗਦਾ, ਠੀਕ ਠਾਕ, ਹੁਣ ਠੀਕ ਹੈ। ਤੇ ਗੁਰੂ ਦਾ ਸਾਧ ਸੰਗਤ, ਜਿਵੇਂ ਤੁਸੀਂ ਪਤਾ, ਵਿਦਿਆਰਥੀ ਪੜ੍ਹਦੇ ਤੇ ਉਹਨਾਂ ਦਾ 3 ਮਹੀਨੇ ਬਾਅਦ ਪਹਿਲਾ ਟੈਸਟ, 6 ਮਹੀਨੇ ਬਾਅਦ ਦੂਜਾ, ਫਿਰ 9 ਮਹੀਨੇ ਬਾਅਦ ਤੀਜਾ, ਇਸ ਤਰ੍ਹਾਂ 3-3 ਮਹੀਨਿਆਂ ਦੇ ਸਮੇਂ ਬਾਅਦ ਟੈਸਟ ਹੁੰਦੇ ਨੇ। ਜਦੋਂ ਵਿਦਿਆਰਥੀ ਪੜ੍ਹਦਾ ਤੇ ਬੜਾ ਖੁਸ਼ ਹੁੰਦਾ ਵੀ ਪੜ੍ਹ ਲਿਆ, ਯਾਦ ਕਰ ਲਿਆ, ਪਰ ਜਦੋਂ ਟੈਸਟ ਹੁੰਦਾ ਤੇ ਉਹਦੇ ਵਿੱਚੋਂ ਕਈ ਗਲਤੀਆਂ ਨਿਕਲਦੀਆਂ। ਇਸ ਤਰ੍ਹਾਂ ਕਈ ਵਾਰੀ ਸਾਨੂੰ ਲੱਗਦਾ ਵੀ ਹੁਣ ਸਾਡਾ ਮਨ ਬਿਲਕੁਲ ਸ਼ੁੱਧ ਹੋ ਗਿਆ,
ਫਿਰ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਏ, ਉਹਦੇ ਵਿੱਚ ਅਸੀਂ ਸਥਿਰ ਨਹੀਂ ਰਹਿੰਦੇ, ਸਾਡਾ ਅੰਦਰਲਾ ਵਿਚਲਿਤ ਹੋ ਜਾਂਦਾ, ਹਿੱਲ ਜਾਂਦਾ। ਉਦੋਂ ਸਾਨੂੰ ਪਤਾ ਲੱਗਦਾ ਜੇ ਨੁਕਸ ਹੈ, ਅਸੀਂ ਫਿਰ ਪਰਤ ਕੇ ਉਹਦੇ ਉੱਤੇ ਕੰਮ ਕਰ ਸਕਦੇ ਹਾਂ, ਮੁੜ ਕੇ। ਇਸ ਤਰ੍ਹਾਂ ਟੈਸਟ ਹੁੰਦੇ ਰਹਿੰਦੇ ਨੇ। ਉਸ ਕਮਜ਼ੋਰ ਮਨ ਦੇ ਤੋਂ ਆਪਣੀਆਂ ਕਮੀਆਂ ਨੂੰ, ਕਮਜ਼ੋਰੀਆਂ ਨੂੰ ਕੱਢਦਾ ਰਹਿੰਦਾ। ਬੇਨਤੀ ਕਰਦੇ ਨੇ ਇੱਕ ਨਿਰਗੁਣ ਬੈਲ ਹਮਾਰ, ਹੇ ਪ੍ਰਭੂ ਤੇਰੇ ਮਾਰਗ ਤੇ ਜਿਸ ਮਨ ਰੂਪੀ ਬਲਦ ਤੇ ਮੈਂ ਚੜ ਕੇ ਆਉਣਾ ਹੈ, ਉਹ ਕਮਜ਼ੋਰ ਬੜਾ ਹੈ, ਧੋਖੇਬਾਜ਼ ਬੜਾ ਹੈ, ਬੇਵਿਸ਼ਵਾਸ ਉਹਦੇ ਵਿੱਚ ਹੈ। ਰਮਈਏ ਸਿਓ ਇੱਕ ਬੇਨਤੀ, ਮੇਰੀ ਅਰਦਾਸ ਹੈ ਤੇਰੇ ਚਰਨਾਂ ਵਿੱਚ ਕਿ ਮੇਰੀ ਪੂੰਜੀ ਰਾਖ ਮੁਰਾਰ, ਹੇ ਮੁਰਾਰ, ਹੇ ਵਾਹਿਗੁਰੂ ਮੈਨੂੰ ਇਸ ਰਸਤੇ ਵਿੱਚ ਮੇਰੀ ਸਹਾਇਤਾ ਕਰ। ਜਦੋਂ ਇਹ ਅਰਦਾਸ ਕੀਤੀ ਨਾ ਤੇ ਪ੍ਰਭੂ ਵੱਲੋਂ ਇੱਕ ਸੰਦੇਸ਼ ਮਿਲਿਆ ਭਗਤ ਜੀ ਨੂੰ। ਉਹ ਸੰਦੇਸ਼ ਕਿਹੜਾ ਸੀ? ਉਹਨਾਂ ਨੇ ਕਿਹਾ ਵੀ ਰਵਿਦਾਸ ਜੀ ਤੁਸੀਂ ਇੱਕ ਕੰਮ ਕਰੋ, ਇਕੱਲੇ ਨਾ ਤੁਰੋ। ਕਿਹਾ ਹੋਰ ਕੀ ਕਰੀਏ? ਕਹਿੰਦੇ ਕੋ ਵਣਜਾਰੂ ਰਾਮ ਕੋ, ਕੋਈ ਹੈ ਵਣਜਾਰਾ ਉਹਦੇ ਨਾਲ ਤੂੰ ਮਿਲ, ਮਿੱਤਰਤਾ ਬਣਾ। ਕੋ ਵਣਜਾਰੂ ਰਾਮ ਕੋ, ਉਹਨੂੰ ਲੱਭ, ਕੱਲਾ ਨਾ ਤੁਰੀ ਤੂੰ। ਇਸ ਕਰਕੇ ਇੱਕ ਗੱਲ ਸਪਸ਼ਟ ਜੇ, ਜਿਹੜੇ ਲੋਕ ਸਾਧ ਸੰਗਤ ਨਹੀਂ ਕਰਦੇ ਉਹ ਧਰਮ ਦੇ ਰਾਹ ਤੇ ਤੁਰੇ ਹੀ ਕੋਈ ਨਹੀਂ ਜੇ। ਉਹ ਸਿਰਫ ਧਰਮ ਦੇ ਰਾਹ ਤੇ ਪਖੰਡ ਦਾ ਮੁਜ਼ਾਹਰਾ ਕਰ ਰਹੇ ਨੇ, ਉਹ ਤੁਰੇ ਹੀ ਨਹੀਂ ਅਜੇ। ਉਹਨਾਂ ਦਾ ਮਕਸਦ ਹੀ ਕੋਈ ਨਹੀਂ। ਉਹਨਾਂ ਨੇ ਸਮਝ ਲਿਆ ਐਂਟਰੀ ਹੋ ਗਈ, ਐਡਮਿਸ਼ਨ ਹੋ ਗਈ, ਬਸ ਅਸੀਂ ਸਿੱਖ ਬਣ ਗਏ, ਸੰਪੂਰਨਤਾ ਆ ਗਈ। ਉਹਨਾਂ ਦੇ ਡਰਾਇੰਗ ਰੂਮ ਵਿੱਚ ਹੀ ਉਹਨਾਂ ਦਾ ਸੱਚਖੰਡ ਬਣ ਗਿਆ, ਇਸ ਤੋਂ ਅੱਗੇ ਨਹੀਂ ਤੁਰਦੇ। ਤਾਂ ਜਿਨ੍ਹਾਂ ਨੇ ਵਿਕਾਸ ਕਰਨਾ ਹੈ ਨਾ, ਬਦਲਣਾ ਹੈ ਕੁਝ, ਉਹ ਫਿਰ ਸੰਗਤ ਕਰਦੇ ਨੇ। ਕੋ ਵਣਜਾਰੂ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਫਿਰ ਉਹ ਲੱਭਦਾ ਉਹਨਾਂ ਵਣਜਾਰਿਆਂ ਨੂੰ, ਉਹਨਾਂ ਤੁਰਨ ਵਾਲਿਆਂ ਨੂੰ, ਤੇ ਉਹਨਾਂ ਦੇ ਨਾਲ ਮਿਲ ਕੇ ਤੁਰਦਾ। ਫਿਰ ਭਗਤ ਜੀ ਕਹਿੰਦੇ ਮੈਂ ਰਾਮ ਨਾਮ ਧਨ ਲਾਦਿਆ, ਵਿਖ ਲਾਦੀ ਸੰਸਾਰ। ਭਗਤ ਜੀ ਕਹਿੰਦੇ ਫਿਰ ਅਸੀਂ ਉਸ ਟਾਂਡੇ ਵਿੱਚ, ਉਸ ਕਾਫਲੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਦੇ ਨਾਮ ਦਾ ਧਨ ਜਿਹੜਾ ਲੱਦ ਲਿਆ, ਇਕੱਠਾ ਕਰ ਲਿਆ ਤੇ ਸਫ਼ਰ ਸ਼ੁਰੂ ਕਰ ਦਿੱਤਾ ਉਹਦੇ ਘਰ ਵਿੱਚ। ਅੱਗੇ ਫਿਰ ਇੱਕ ਹੋਰ ਬਚਨ ਕਿਹਾ, ਕਹਿੰਦੇ ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਹੋ ਆਲ ਪਤਾਲ। ਉਰਵਾਰ ਪਾਰ ਕੇ ਦਾਨੀਆਂ, ਦਾਨੀਆਂ ਦੇ ਅਰਥ ਨੇ ਸਿਆਣੇ ਜਾਣਨ ਵਾਲੇ। ਇੱਥੇ ਚਿੱਤਰਗੁਪਤਾਂ ਨੂੰ ਕਹਿ ਰਹੇ ਨੇ, ਹੇ ਚਿੱਤਰਗੁਪਤੋ ਤੁਸੀਂ ਆਲ ਪਤਾਲ ਦੇ ਸਾਰੇ ਲੋਕਾਂ ਦਾ ਹਿਸਾਬ ਲਿਖ ਲਓ, ਪਰ ਸਾਡਾ ਕੀ ਲਿਖੋਗੇ? ਸਾਡਾ ਕੀ ਲਿਖੋਗੇ? ਲਿਖ ਲਿਓ ਆਲ ਪਤਾਲ। ਸਾਡੇ ਕੋਲ ਕੋਈ ਨਜਾਇਜ਼ ਚੀਜ਼ ਹੀ ਨਹੀਂ ਜਿਹੜੀ ਲਿਖਣ ਵਿੱਚ ਆ ਜਾਏ। ਚਲਾਨ ਉਹਨਾਂ ਦਾ ਕੱਟਿਆ ਜਾਏ ਜਿਨ੍ਹਾਂ ਨੇ ਨਜਾਇਜ਼ ਕੁਝ ਲੱਦਿਆ, ਉਹਨਾਂ ਦਾ ਚਲਾਨ ਹੋਏਗਾ। ਦੂਜਿਆਂ ਦਾ ਕਿਵੇਂ ਹੋਏਗਾ? ਜੋ ਸਹੀ ਨਿਯਮ ਦੇ ਮੁਤਾਬਕ ਸਫ਼ਰ ਕਰ ਰਹੇ ਨੇ, ਉਹਨਾਂ ਦਾ ਕਿਵੇਂ ਚਲਾਨ, ਕਿਵੇਂ ਹੋ ਸਕਦਾ ਹੈ? ਇਸ ਕਰਕੇ ਜਿਨ੍ਹਾਂ ਨੇ ਤਰੀਕੇ ਨਾਲ ਇਸ ਮਾਰਗ ਤੇ ਤੁਰੇ ਨੇ, ਉਹ ਸਾਧ ਸੰਗਤ ਜੀ ਪ੍ਰਵਾਨ ਹੋ ਗਏ। ਉਸੇ ਵਿਚਾਰ ਨੂੰ ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ RAM ਨਾਮ ਸੰਤਨ ਘਰ ਪਾਇਆ। ਸਾਧੂਆਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਉਹ ਧਨ ਲੱਭ ਪਿਆ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਪਰ ਹੁਣ ਇਸ ਤੋਂ ਅੱਗੇ, ਇੱਥੋਂ ਤੱਕ ਸਤਿਗੁਰੂ ਨੇ 3 ਗੱਲਾਂ ਦਸੀਆਂ ਸਾਨੂੰ ਇੱਕ ਪੰਕਤੀ ਵਿੱਚ। ਇੱਕ ਤਾਂ ਲੈਣ ਕੀ ਆਏ ਹਾਂ, ਉਹਦਾ ਜਵਾਬ ਦਿੱਤਾ ਕਿ RAM ਨਾਮ, ਪ੍ਰਭੂ ਦੇ ਨਾਮ ਨੂੰ ਵਿਹਾਜਣ ਆਇਆ। ਮਿਲੇਗਾ ਕਿੱਥੋਂ? ਸੰਤਨ ਘਰ ਪਾਇਆ, ਸਾਧ ਸੰਗਤ ਵਿੱਚੋਂ ਗੁਰਮੁਖਾਂ ਕੋਲ ਮਿਲੇਗਾ। ਫਿਰ ਹੁਣ ਪਤਾ ਦੱਸਣ ਤੋਂ ਬਾਅਦ ਇਹ ਦੱਸ ਰਹੇ ਨੇ ਵੀ ਕਿਹੜੇ ਤਰੀਕੇ ਨਾਲ ਮਿਲੇਗਾ, ਕਿਉਂਕਿ ਸਿੱਧਾ ਕੋਈ ਸੌਦਾ ਨਹੀਂ ਨਾ, ਰੁਪਈਏ ਦਿਓ ਤੇ ਖਰੀਦ ਲਵੋ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਉਹਦਾ ਮਿਲਣਾ ਕਠਿਨ ਹੈ, ਬਹੁਤ ਔਖਾ ਹੈ, ਉਹ ਖਰੀਦਿਆ ਨਹੀਂ ਜਾ ਸਕਦਾ। ਧਨ ਦਾ ਵਿਸ਼ਾ ਨਹੀਂ ਹੈ, ਉਹ ਕਿਵੇਂ ਲੈ ਸਕੀਦਾ ਉਹਨਾਂ ਕੋਲੋਂ? ਸਾਹਿਬ ਕਹਿੰਦੇ ਤਜ ਅਭਿਮਾਨ ਲੇਹੋ ਮਨ ਮੋਲ। ਜੇ ਤੁਸੀਂ ਪ੍ਰਭੂ ਦੇ ਪਿਆਰਿਆਂ ਤੋਂ ਨਾਮ ਦੀ ਪੂੰਜੀ ਦਾ ਕੋਈ ਕਿਣਕਾ ਲੈਣਾ ਤੇ ਅਭਿਮਾਨ ਨੂੰ ਛੱਡੋ। ਅਭਿਮਾਨ ਦਾ ਮਤਲਬ ਆਪਣੇ ਮਨ ਦੇ ਫੈਸਲੇ ਤੁਹਾਨੂੰ ਭੰਨਣੇ ਪੈਣਗੇ, ਤੋੜਨੇ ਪੈਣਗੇ, ਪਾਣੀ ਬਣਾਉਣਾ ਪਏਗਾ। ਇੱਕ ਵਾਰੀ ਤੇ ਇਉਂ ਹੋ ਜਾਏਗਾ ਜਿਵੇਂ ਕਬਰਸਤਾਨ ਬਣ ਗਿਆ ਸਾਰਾ ਜੀਵਨ। ਤੋੜ ਭੰਨ ਹੋਏਗੀ ਪੂਰੀ ਤਰ੍ਹਾਂ, ਮਰਜ਼ੀ ਨੂੰ ਤੋੜਿਆ ਜਾਏਗਾ, ਉੱਥੇ ਭੰਨਿਆ ਜਾਏਗਾ।
ਉੱਥੇ ਕੋਈ ਮੈਥ, ਕੋਈ ਮਿਣਨ ਵਾਲੀ ਚੀਜ਼, ਕੋਈ ਇੰਚੀ ਟੇਪ ਨਹੀਂ ਚੱਲੇਗਾ। ਤੇ ਜੇ ਇੰਚੀ ਟੇਪ ਚੱਲਿਆ ਤੇ ਉਹ ਮਿਲੇਗਾ ਨਹੀਂ, ਬਸ ਉੱਥੇ ਸੰਬੰਧ ਟੁੱਟੇਗਾ। ਫਿਰ ਉਸ ਰਾਹ ਦੇ ਉੱਤੇ ਕਹਿਣ ਲੱਗੇ ਅਭਿਮਾਨ ਨੂੰ ਛੱਡੋ। ਇਹਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਨੇ ਹੋਰ ਬਚਨ ਉਚਾਰੇ ਨੇ। ਉਹ ਕਹਿੰਦੇ ਆਵਹੁ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ, ਸਮਰੱਥ ਕੰਤ ਕੀਆਂ। ਇੱਥੇ ਭੈਣਾਂ ਦੇ ਅਰਥ ਨੇ ਗੁਰਮੁਖ ਪਿਆਰੇ ਸਤ ਸੰਗੀਆਂ ਦਾ ਸੰਗ ਕਰਨ। ਆਵੋ ਭੈਣੇ ਗਲ ਮਿਲੈ, ਗਲ ਮਿਲੀਏ ਪਹਿਲਾਂ ਤੇ ਦਵੈਤ ਨੂੰ ਦੂਰ ਕਰੀਏ, ਦੁਬਿਧਾ ਨੂੰ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਕੀ ਕਰੀਏ ਮਿਲ ਕੇ? ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਸਮਰੱਥ ਵਾਹਿਗੁਰੂ ਦੀ ਗੱਲ ਕਰੀਏ। ਤੇ ਜਦੋਂ ਉਹਨਾਂ ਨਾਲ ਜਾ ਕੇ ਗੱਲ ਕੀਤੀ ਨਾ, ਤੇ ਜਿਹੜੇ ਆਪਣੇ ਵਰਗੇ ਸਨ ਉਹਨਾਂ ਪੁੱਛਿਆ ਵੀ ਸਾਡਾ ਮਿਲਾਪ ਕੋਈ ਨਹੀਂ। ਤੇ ਜਿਹੜੇ ਜੁੜੇ ਹੋਏ ਸਨ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਅੱਗੇ ਲਿਖਿਆ ਗੁਰੂ ਨਾਨਕ ਸਾਹਿਬ ਨੇ। ਉਹਦੇ ਵਿੱਚ ਕਹਿੰਦੇ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ। ਬਸ ਇੱਕੋ ਕਾਰਨ ਜੇ ਉਹਦੇ ਨਾਲ ਨਾ ਮਿਲਣ। ਸਾਡੇ ਵਿੱਚ ਸਾਰੇ ਅਵਗੁਣ ਨੇ, ਉਹਦੇ ਵਿੱਚ ਸਾਰੇ ਗੁਣ ਨੇ, ਦੋਵਾਂ ਦਾ ਜੋੜ ਕਿਵੇਂ ਬਵੇ? ਉੱਥੇ ਜਾ ਕੇ ਆਪਣੇ ਅਵਗੁਣ ਦਿਸੇ। ਇਸ ਕਰਕੇ ਸਾਧ ਸੰਗਤ ਉਹਨੂੰ ਨਾ ਸਮਝਿਆ ਜੇ ਜਿੱਥੇ ਸਾਡੀ ਵਡਿਆਈ ਕੀਤੀ ਜਾਏ। ਸਾਧ ਸੰਗਤ ਉਹ ਹੁੰਦੀ ਹੈ ਜਿੱਥੇ ਬੰਦੇ ਨੂੰ ਦੱਸਿਆ ਜਾਏ ਕਿੱਥੇ ਕਿੱਥੇ ਨੁਕਸ ਹੈ ਜੀਵਨ ਵਿੱਚ। ਦਰਦ ਜ਼ਰੂਰ ਹੋਵੇਗੀ, ਹਉਮੈ ਨੂੰ ਪੱਠੇ ਨਹੀਂ ਪੈਣਗੇ। ਬਹੁਤੇ ਤੇ ਸਾਧੂ ਸਾਧ ਸੰਗਤ ਇਸੇ ਫਿਕਰ ਵਿੱਚ ਰਹਿੰਦੇ ਜੇ ਕਿਤੇ ਸਾਡੇ ਚੇਲੇ ਨਾ ਭੱਜ ਜਾਣ। ਉਹ ਉਹਨਾਂ ਦੀ ਵਡਿਆਈ ਕਰਦੇ ਰਹਿੰਦੇ। ਤੁਹਾਡੇ ਵਰਗਾ ਧਰਮੀ ਕੋਈ ਨਹੀਂ ਜੀ, ਤੁਸੀਂ ਬਹੁਤ ਵੱਡੇ ਹੋ, ਤੁਸੀਂ ਬੜੇ ਬੇਅੰਤ। ਜਿਹੜਾ ਸਾਧ ਸੰਗਤ ਪੂਰੇ ਗੁਰਮੁਖ ਨੇ ਨਾ, ਉਹ ਨਹੀਂ ਪਰਵਾਹ ਕਰਦੇ ਇਹਨਾਂ ਗੱਲਾਂ ਦੀ ਕਿੰਨੇ ਲੋਕ ਸਾਡੇ ਪਿੱਛੇ ਤੁਰਨਗੇ, ਕਿੰਨੇ ਲੋਕ ਸਾਡਾ ਸੰਗ ਕਰਨਗੇ। ਉਹਨਾਂ ਦਾ ਮਿਸ਼ਨ, ਉਹਨਾਂ ਦਾ ਨਿਸ਼ਾਨਾ ਵੱਖਰਾ ਹੁੰਦਾ ਹੈ। ਉਹਨਾਂ ਨੇ ਸ਼ੁੱਧਤਾ ਲਿਆਉਣੀ ਹੁੰਦੀ ਹੈ। ਕੋਈ ਵਪਾਰੀ ਬਿਜ਼ਨਸ ਨਹੀਂ ਕਰ ਰਹੇ ਹੋ। ਇਸ ਕਰਕੇ ਉੱਥੇ ਉਹਨਾਂ ਨੇ ਕਿਹਾ ਵੀ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ। ਇਸ ਤਰ੍ਹਾਂ ਦੀ ਉੱਥੇ ਵਾਰਤਾ ਗੱਲਬਾਤ ਵਿੱਚ ਫਿਰ ਸਮਝ ਆ ਗਈ ਕਿ ਅਸੀਂ ਕਿੱਥੇ ਗਲਤ ਜਾ ਰਹੇ ਹਾਂ। ਫਿਰ ਆਪਣੇ ਆਪ ਨੂੰ ਸੋਧਣਾ ਸ਼ੁਰੂ ਕੀਤਾ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਕਿ ਉਸ ਥਾਂ ਤੇ ਜਿੱਥੇ ਤੁਸੀਂ ਸਾਧ ਸੰਗਤ ਕਰਨੀ ਹੈ, ਤਜ ਅਭਿਮਾਨ, ਆਪਣੇ ਮਨ ਦੀ ਮਰਜ਼ੀ ਨੂੰ ਤਜ ਛੱਡ ਕੇ ਤਿਆਗ ਦੇਣਾ ਹੈ, ਖਤਮ ਕਰ ਦੇਣਾ ਹੈ। ਲੇਹੋ ਮਨ ਮੋਲ। ਤੇ ਉਥੋਂ ਜਿਹੜਾ ਨਾਮ ਦਾ ਸੌਦਾ ਮਿਲਣਾ ਨਾ, ਉਹ ਕਿਸੇ ਹੋਰ ਚੀਜ਼ ਦੇ ਵੱਟੇ ਨਹੀਂ ਮਿਲਣਾ। ਇੱਕ ਚੀਜ਼ ਦੇ ਵੱਟੇ ਵਿੱਚ ਮਿਲਣਾ। ਜਿਵੇਂ ਪੁਰਾਣੇ ਸਮੇਂ ਵਿੱਚ ਚੀਜ਼ਾਂ, ਹੁਣ ਤਾਂ ਇਹ ਸਿਸਟਮ ਚੱਲ ਗਿਆ ਨਾ, ਕਰੰਸੀ ਆ ਗਈ, ਨੋਟ ਆ ਗਏ। ਪਹਿਲਾਂ ਇਹ ਸਿਸਟਮ ਨਹੀਂ ਸੀ। ਪਹਿਲਾਂ ਇੱਕ ਚੀਜ਼ ਦੇ ਵੱਟੇ ਦੂਸਰੀ ਚੀਜ਼ ਮਿਲਦੀ ਸੀ। ਛਾਬੇ ਲਓ, 2 ਤੱਕੜੀ ਚੁੱਕੋ, ਇੱਕ ਛਾਬੇ ਵਿੱਚ ਦਾਣੇ ਪਾ ਦਿਓ, ਦੂਜੇ ਵਿੱਚ ਖੰਡ ਖਰੀਦ ਲਓ, ਓਨੀ ਬਰਾਬਰ ਦੀ। ਇੱਕ ਛਾਬੇ ਵਿੱਚ ਤੁਸੀਂ ਇੱਕ ਚੀਜ਼ ਪਾਓ, ਦੂਜੇ ਵਿੱਚ ਓਨੀ ਖਰੀਦ ਲਓ। ਇਸ ਤਰ੍ਹਾਂ ਹੁੰਦਾ ਸੀ, ਲੈਣ ਦੇਣ ਚੱਲਦਾ ਸੀ। ਉਹ ਕਹਿੰਦੇ ਰੱਬ ਦੇ ਪਿਆਰਿਆਂ ਕੋਲ ਨਾਮ ਦਾ ਖਜ਼ਾਨਾ ਹੈ, ਉਹਦੀ ਹੱਟੀ ਹੈ। ਉੱਥੋਂ ਤੈਨੂੰ ਜਿੰਨਾ ਚਾਹੀਦਾ ਤੂੰ ਇੱਕ ਛਾਬੇ ਵਿੱਚ ਆਪਣਾ ਮਨ ਪਾ ਦੇ, ਦੂਜੇ ਵਿੱਚੋਂ ਨਾਮ ਦਾ ਧਨ ਲੈ, ਉਹ ਤੈਨੂੰ ਦੇ ਦੇਣਗੇ। ਤੇ ਫਿਰ ਤੂੰ ਉਹਦੀ ਕਮਾਈ ਕਰਕੇ ਵਾਧਾ ਕਰੇਗਾ, ਫਿਰ ਤੇਰੇ ਕੋਲ ਵੀ ਖਜ਼ਾਨਾ ਆ ਜਾਏਗਾ। ਇਸ ਤਰ੍ਹਾਂ ਦੀਵੇ ਤੋਂ ਦੀਵਾ ਜਗਦਾ ਜਾਂਦਾ ਹੈ। ਗੁਰਮਤਿ ਦਾ ਇਹ ਤਰੀਕਾ ਗੁਰੂ ਸਾਹਿਬ ਨੇ 10 ਪਾਤਸ਼ਾਹੀਆਂ ਨੇ ਇਹ ਬਣਾਇਆ ਸੀ ਕਿ ਪਹਿਲਾਂ ਆਪ ਵਰਤੇ 10 ਸਰੀਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਪ੍ਰਗਟ ਕਰ ਦਿੱਤਾ ਸਾਰਾ ਕੁਝ। ਤੇ ਫਿਰ ਉਹ ਜਿਹੜਾ ਤੱਤ ਸੀ ਨਾ, ਗੁਰਸਿੱਖਾਂ ਦੇ ਵਿੱਚ ਪਾ ਦਿੱਤਾ। ਤੇ ਉਹ ਸੀਨੇ ਬਸੀਨੇ ਅੱਜ ਤੱਕ ਚੱਲੀ ਜਾਂਦਾ। ਅੱਗੇ ਦੀ ਅੱਗੇ ਇੱਕ ਦੀਵੇ ਤੋਂ ਦੂਜਾ ਜਗਦਾ, ਫਿਰ ਉਹ ਦੂਜਿਆਂ ਨੂੰ ਜਗਾਉਣ ਲੱਗ ਪੈਂਦਾ, ਫਿਰ ਉਹ ਅੱਗੇ ਦੀ ਅੱਗੇ ਵੱਧਦਾ ਜਾਂਦਾ। ਇਸ ਤਰ੍ਹਾਂ ਦਾ ਇੱਕ ਸਿਸਟਮ ਚਲਾਇਆ ਗੁਰੂ ਸਾਹਿਬ ਨੇ ਸਾਧ ਸੰਗਤ ਦਾ, ਗੁਰਸਿੱਖਾਂ ਦਾ। ਕਹਿੰਦੇ ਆਪਣਾ ਮਨ ਉਹਨਾਂ ਨੂੰ ਸੌਂਪ, ਮਨ ਮਰਜ਼ੀ ਛੱਡ ਕੇ, ਹੰਕਾਰ ਛੱਡ ਕੇ, ਤਜ ਅਭਿਮਾਨ ਲੇਹੋ ਮਨ ਮੋਲ। ਤੇ ਜਦੋਂ ਤੈਨੂੰ ਉੱਥੋਂ ਨਾਮ ਦਾ ਧਨ ਮਿਲ ਜਾਏ, ਫਿਰ ਤੂੰ ਉਹਨੂੰ ਤੋਲਣਾ ਕਾਹਦੇ ਵਿੱਚ ਹੈ? ਹਜ਼ੂਰ ਕਹਿੰਦੇ RAM ਨਾਮ ਹਿਰਦੇ ਮਹਿ ਤੋਲ। ਹਿਰਦੇ ਦੀ ਤਕੜੀ ਦੇ ਉੱਤੇ ਉਹਨੂੰ ਤੋਲ, ਮਿਣ ਚੰਗੀ ਤਰ੍ਹਾਂ ਵੇਖ ਕਿਵੇਂ। ਜਦੋਂ ਤੂੰ ਉਹਨੂੰ ਜਪਣਾ ਹੈ ਤੇ ਉਹਨੂੰ ਹਿਰਦੇ ਵਿੱਚ ਚੰਗੀ ਤਰ੍ਹਾਂ ਕੋਖ, ਜੋਖ ਉਸ ਨੂੰ ਵੇਖ, ਕਿੰਨਾ ਕੁ ਨਾਮ ਦਾ ਧਨ ਤੇਰੇ ਅੰਦਰ ਵਧਿਆ।
ਕਿੰਨਾ ਕੁ ਉਹਦੇ ਵਿੱਚ ਵਾਧਾ ਹੋਇਆ। ਇੱਥੋਂ ਅੱਗੇ ਵੀ ਫਿਰ ਸਾਧ ਸੰਗਤ ਦੀ ਜ਼ਰੂਰਤ ਦਰਸਾਈ ਗੁਰੂ ਅਰਜਨ ਦੇਵ ਜੀ ਨੇ। ਧਿਆਨ ਦੇਣਾ, ਇਹ ਨਹੀਂ ਕਿ ਲੈ ਲਿਆ ਤੇ ਦੌੜ ਗਏ, ਉਹ ਆਪਣੇ ਘਰ ਤੇ ਆਪਾਂ ਆਪਣੇ ਘਰ, ਇਸ ਤਰ੍ਹਾਂ ਨਹੀਂ। ਅਜੇ ਬਹੁਤ ਵੱਡਾ ਖਤਰਾ ਹੈ, ਅਜੇ ਬਹੁਤ ਵੱਡਾ ਖਤਰਾ ਹੈ। ਫਿਰ ਅੱਗੇ ਕਹਿੰਦੇ ਨੇ, ਹਜ਼ੂਰ ਕਹਿੰਦੇ ਲਾਦ ਖੇਪ ਸੰਤਹਿ ਸੰਗ ਚਾਲ, ਕਿਉਂਕਿ ਅਜੇ ਪਰਮਾਨੈਂਟਲੀ ਪੱਕਾ ਨਹੀਂ ਤੇਰੇ ਅੰਦਰ ਉਹਦਾ ਨਾਮ ਟਿਕਿਆ। ਅਜੇ ਤੈਨੂੰ ਸਹਾਇਤਾ ਦੀ ਲੋੜ ਹੈ, ਤੂੰ ਗਵਾ ਪਏਗਾ, ਕਿਤੇ ਗਲਤ ਵਰਤੋਂ ਕਰ ਲਏਗਾ। ਥੋੜਾ ਜਿਹਾ ਅਧਿਕਾਰ ਮਿਲਿਆ ਨਹੀਂ ਤੇ ਤੂੰ ਉਸੇ ਵੇਲੇ ਵਰਤੋਂ ਕਰਨੀ ਸ਼ੁਰੂ ਕਰ ਦੇਣੀ। ਅਜੇ ਵੀ ਤੈਨੂੰ ਸੰਗਤ ਦੀ ਲੋੜ ਹੈ, ਸਾਧ ਸੰਗਤ ਦੀ, ਗੁਰੂ ਦੀ ਸੰਗਤ ਦੀ ਲੋੜ ਹੈ। ਇਸ ਕਰਕੇ ਅੱਗੇ ਫਿਰ ਕਹਿੰਦੇ ਨੇ, ਹਜ਼ੂਰ ਕਹਿੰਦੇ ਜਦੋਂ ਤੂੰ ਹਿਰਦੇ ਵਿੱਚ ਤੋਲਿਆ ਭਾਵ ਉਹਨੂੰ ਜਪਿਆ, ਫਿਰ ਕਹਿੰਦੇ ਲਾਦ ਖੇਪ ਸੰਤੈ ਸੰਗ ਚਾਲ, ਫਿਰ ਤੂੰ ਖੇਪ ਲੱਦ ਕੇ ਭਾਵ ਉਸ ਪ੍ਰਭੂ ਦੇ ਨਾਮ ਦੇ ਖਜ਼ਾਨੇ ਨੂੰ ਲੱਦ ਕੇ ਸੰਤਾਂ ਦੇ ਨਾਲ ਤੁਰ, ਭਾਵ ਉਹਨਾਂ ਦੀ ਸੰਗਤ ਕਰ। ਔਰ ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਸਾਰੇ ਜੰਜਾਲ, ਕੱਲੇ ਸੰਸਾਰੀ ਨਹੀਂ, ਧਰਮੀ ਜੰਜਾਲ ਵੀ ਛੱਡ ਦੇ। ਐਵੇਂ ਗਲਾਂ ਵਿੱਚ ਰੱਸੀਆਂ ਪਾ ਕੇ ਟਾਈਮ ਬਰਬਾਦ ਨਾ ਕਰੀ। ਬਸ ਦੋ ਚੀਜ਼ਾਂ ਨੂੰ ਅਪਣਾ ਲੈ, ਇੱਕ ਨਾਮ ਤੇ ਦੂਸਰਾ ਸਾਧ ਸੰਗਤ ਤੇ ਗੁਰੂ ਦੇ ਚਰਨੀ ਲੱਗਣਾ। ਇਹ ਚੀਜ਼ਾਂ ਨੂੰ ਕਮਾ ਜੀਵਨ ਦੇ ਵਿੱਚ। ਤੇ ਜਿਹੜਾ ਮਨੁੱਖ ਇਸ ਤਰ੍ਹਾਂ ਕਰਦਾ ਹੈ, ਹਜ਼ੂਰ ਕਹਿੰਦੇ ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਹੁਣ ਧਨਤਾ ਦੇ ਯੋਗ ਹੈ ਉਹ ਸ਼ਖਸੀਅਤ, ਉਹ ਮਨੁੱਖ ਜਿਨ੍ਹੇ ਇਹ ਉੱਪਰ ਵਾਲਾ ਸਾਰਾ ਕਾਰਜ ਨਿਭਾਇਆ ਕੀਤਾ ਹੈ, ਉਹ ਧਨਤਾ ਦੇ ਯੋਗ ਹੈ। ਤੇ ਉਹਨੂੰ ਸਾਰੇ ਹੀ ਧਨਤਾ ਦੇ ਯੋਗ ਕਹਿੰਦੇ ਨੇ, ਭਾਵ ਉਹਦੀ ਸ਼ੋਭਾ, ਉਹਦੀ ਵਡਿਆਈ ਚੌਵਾਂ ਪਾਸੇ ਫੈਲਦੀ ਹੈ। ਔਰ ਉਹਦਾ ਜਿਹੜਾ ਮੁੱਖ ਹੈ ਉਜਲ ਹੋ ਜਾਂਦਾ ਪ੍ਰਭੂ ਦੀ ਦਰਗਾਹ ਵਿੱਚ, ਭਾਵ ਚਾਨਣ ਨਾਲ ਭਰਪੂਰ ਹੋ ਜਾਂਦਾ ਹੈ, ਚੜ੍ਹਦੀ ਕਲਾ ਵਿੱਚ ਚਲਾ ਜਾਂਦਾ ਹੈ। ਹਜ਼ੂਰ ਕਹਿੰਦੇ ਇਹੋ ਵਪਾਰ ਬਿਰਲਾ ਵਪਾਰੈ, ਨਾਨਕ ਤਾਕੈ ਸਦ ਬਲਹਾਰੈ। ਨਾਮ ਦੇ ਧਨ ਦੇ ਵਪਾਰੀ ਬੜੇ ਘੱਟ ਨੇ। ਸਾਧ ਸੰਗਤ ਜੀ, ਧਾਰਮਿਕ ਜਗਤ ਵਿੱਚ ਵੀ ਬੜੇ ਲੋਕ ਚੱਲ ਰਹੇ ਨੇ, ਪਰ ਨਾਮ ਦੇ ਵਪਾਰੀ ਸਾਰੇ ਨਹੀਂ। ਆਪੋ ਆਪਣੇ ਰਸ ਨੇ, ਕੋਈ ਕਿਸੇ ਚੱਕਰ ਵਿੱਚ ਪਿਆ ਫਿਰਦਾ, ਕੋਈ ਕਿਸੇ ਵਿੱਚ। ਸਾਰੇ ਧਰਮੀ ਜਗਤ ਦੇ ਵਿੱਚ ਕੋਈ ਲੋਕ ਨਾਮ ਥੋੜ੍ਹੀ ਵਿਆਂਜਦੇ ਨੇ। ਕਿੱਥੇ ਨਾਮ ਦੇਸੀ ਪੈਂਦਾ ਬੰਦੇ ਦੇ ਵੇਖਣ ਤੋਂ, ਬਹਿਣ ਤੋਂ। ਨਾਮ ਉੱਥੇ ਕਿੱਥੇ ਹੈ? ਨਾਮ ਜਿੱਥੇ ਆਏਗਾ ਸਾਧ ਸੰਗਤ, ਉਸ ਸਰੀਰ ਵੀ ਟਿਕ ਜਾਏਗਾ ਬੰਦੇ ਦਾ, ਉਹਦੀ ਹਿਲ ਜੁਲ ਖਤਮ ਹੋ ਜਾਏਗੀ। ਇਹਦਾ ਮਤਲਬ ਉਹਨੇ ਕਦੀ ਨਾਮ ਦੇ ਧਨ ਵੱਲ ਧਿਆਨ ਨਹੀਂ ਦਿੱਤਾ। ਉਹ ਵੱਖਰੇ ਨੇ, ਉਹਨਾਂ ਦਾ ਤੁਰਨਾ ਬਹਿਣਾ ਬੈਠਣਾ ਖਲੋਣਾ ਸਭ ਕੁਝ ਦਿਸ ਪੈਂਦਾ। ਉਹ ਅਲੱਗ ਨੇ, ਵਿਪਰੀਤ ਨੇ, ਦੂਜਿਆਂ ਤੋਂ ਵੱਖਰੇ ਨੇ। ਉਹਨਾਂ ਦਾ ਜੀਵਨ ਭਰਿਆ ਹੋਇਆ ਉਹਦੀ ਯਾਦ ਵਿੱਚ। ਤਾਂ ਬਿਰਲੇ ਲੋਕ ਹੀ ਹਨ ਜਿਹੜੇ ਇਸ ਮਾਰਗ ਨੂੰ ਚੁਣ ਲੈਂਦੇ ਨੇ। ਉੱਚਾ ਮਾਰਗ ਹੈ, ਵਿਸ਼ੇਸ਼ ਮਾਰਗ ਹੈ। ਇਹੋ ਵਪਾਰ ਬਿਰਲਾ ਵਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਇੱਥੇ ਸਾਧ ਦੇ ਅਰਥ ਸਾਰੇ ਵਿਆਖਿਆਕਾਰਾਂ ਨੇ ਸਾਧੂ ਕੀਤਾ, ਸੰਤ ਗੁਰਮੁਖ। ਜਿੰਨੇ ਵੀ ਵਿਆਖਿਆਕਾਰ ਨੇ, ਭਾਵੇਂ ਫਰੀਦਕੋਟ ਵਾਲਾ ਟੀਕਾ ਹੈ, ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਦਰਪਣ ਲਿਖਿਆ, ਉਹਨਾਂ ਨੂੰ ਪੜ੍ਹੋ, ਕਿਸੇ ਨੂੰ ਪੜ੍ਹੋ। ਕਿਸੇ ਨੇ ਇਹਦੇ ਅਰਥ ਗੁਰੂ ਨਹੀਂ ਕੀਤੇ, ਕਿਉਂਕਿ ਗੁਰੂ ਇੰਨੀ ਵੱਡੀ ਪਦਵੀ ਤੇ ਹੈ, ਉਹ ਇਹ ਛੋਟੇ ਛੋਟੇ ਕੰਮਾਂ ਵਿੱਚ ਨਹੀਂ ਪੈਂਦਾ, ਆਪਣੇ ਸਿੱਖਾਂ ਨੂੰ ਲਾ ਦਿੰਦਾ ਤੁਸੀਂ ਕਰੀ ਚੱਲੋ। ਉਹਨੇ ਤਾਂ ਸਿਰਫ ਸਾਧ ਸੰਗਤ ਆਲ ਰਾਊਂਡਰ ਹੈ, ਉਹਨੇ ਇੱਕੋ ਹੀ ਗੇੜਾ ਦੇਣਾ ਬਸ। ਗੁਰੂ ਇੰਨਾ ਵੱਡਾ ਹੈ ਸਮਰੱਥ, ਉਹਨੇ ਤੇ ਜਿਸ ਦਿਨ ਰਾਊਂਡ ਲਾਇਆ ਨਾ, ਬਸ ਬਾਕੀ ਰਹਿਣਾ ਨਹੀਂ, ਸਭ ਕੁਝ ਫਤਿਹ ਕਰਕੇ ਜਾਏਗਾ। ਇਸ ਕਰਕੇ ਗੁਰੂ ਵਿਸ਼ੇਸ਼ ਵੱਡੀ ਸ਼ਕਤੀ ਹੈ। ਇਹ ਸਾਰੀਆਂ ਕਾਰਵਾਈਆਂ ਸਾਧ ਸੰਗਤ ਦੇ ਰਾਹੀਂ ਹੁੰਦੀਆਂ ਨੇ। ਸਾਧ ਚਰਨ ਸਾਧ ਕੇ ਧੋਏ ਧੋਏ ਪੀਓ। ਸਾਧੂਆਂ ਦੇ ਜਿਹੜੇ ਚਰਨ ਨੇ ਗੁਰਮੁਖਾਂ ਦੇ, ਉਹ ਧੋ ਕੇ ਪੀਣੇ ਚਾਹੀਦੇ ਨੇ। ਸਾਫ਼ ਤੌਰ ਤੇ ਲਿਖਿਆ ਇਹਦੇ ਵਿੱਚ ਸਾਧ ਸੰਗਤ ਚੀਜ਼ਾਂ ਨੂੰ ਦੁਬਿਧਾ ਵਿੱਚ ਕਿਉਂ ਪਾਇਆ ਗਿਆ। ਗੁਰੂ ਕਹਿੰਦਾ ਤੂੰ ਸਾਧੂ ਕੋਲ ਜਾ, ਤੇ ਸਾਧੂ ਕਹਿੰਦਾ ਮੇਰੇ ਕੋਲ ਕੁਝ ਨਹੀਂ, ਤੂੰ ਗੁਰੂ ਕੋਲ ਜਾ। ਇਹ ਇਸੇ ਤਰ੍ਹਾਂ ਸ਼ੁਰੂ ਤੋਂ ਰਿਹਾ।
ਗੁਰਮਤਿ ਦਾ ਇਹ ਤਰੀਕਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਆ ਗੁਰੂ ਗ੍ਰੰਥ ਸਾਹਿਬ ਵੀ ਕਹਿ ਰਹੇ ਨਾ ਵੀ ਸਾਧੂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਕਰਦੇ ਨੇ। ਖਿਆਲ ਰੱਖੋ, ਗੁਰੂ ਸਾਹਿਬ ਵਿਆਖਿਆ ਕਰਦੇ ਨੇ ਸਾਧੂ ਦੀ, ਔਰ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਪਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਾਧੂ ਹੈ ਨਾ, ਜਦੋਂ ਤੁਸੀਂ ਉਹਦੇ ਕੋਲ ਜਾਓਗੇ ਉਹਦੀ ਵਿਆਖਿਆ ਹੋਰ ਹੋਵੇਗੀ। ਉਹ ਕਹੇਗਾ ਨਹੀਂ, ਮੇਰੇ ਵੱਲ ਤੇ ਐਵੇਂ ਗੁਰੂ ਸਾਹਿਬ ਨੇ ਭੇਜ ਦਿੱਤਾ, ਮੇਰੇ ਪੱਲੇ ਹੈ ਨਹੀਂ ਕੁਝ, ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲ ਜਾਓ। ਇਹ ਵਿੱਚ ਵਿਚਾਲੇ ਕਿਉਂ ਛੱਡਿਆ ਗਿਆ ਹੈ? ਬੜਾ ਜ਼ਰੂਰੀ ਵਿੱਚ ਵਿਚਾਲੇ ਰਹਿਣਾ, ਕਿਉਂਕਿ ਇਹ ਜ਼ਰੂਰਤ ਵੀ ਹੈ ਸਾਧੂ ਦੀ, ਮਹਾਂਪੁਰਸ਼ਾਂ ਦੀ। ਪਰ ਇਹਨਾਂ ਵਿਚਾਰਾਂ ਨੂੰ ਵੇਖ ਕੇ ਜਿਹੜੇ ਦੰਭੀ ਲੋਕ ਨੇ ਉਹ ਆਪਣੀ ਦੁਕਾਨ ਵੀ ਚਲਾ ਲੈਂਦੇ ਨੇ। ਇਸ ਕਰਕੇ ਇਹਨੂੰ ਵਿੱਚ ਰੱਖਿਆ ਗੁਰੂ ਸਾਹਿਬ ਨੇ। ਕਿਤੇ ਕਿਤੇ ਪ੍ਰਗਟ ਹੁੰਦੇ ਜਿਨ੍ਹਾਂ ਦੇ ਅੰਦਰ ਵਸਿਆ ਹੈ ਨਾ, ਉਹ ਕਦੀ ਆਪਣੇ ਦੁਆਲੇ ਨਹੀਂ ਘੁਮਾਉਂਦੇ ਕਿਸੇ ਨੂੰ। ਉਹ ਇਸ ਤਰ੍ਹਾਂ ਯਤਨ ਨਹੀਂ ਕਰਦੇ ਕਿ ਮੇਰੇ ਆਲੇ ਦੁਆਲੇ ਕੋਈ ਘੁੰਮੀ ਜਾਏ। ਉਹ ਸਿਰਫ ਇੱਕ ਕਾਰਕੁਨ ਵਾਂਗੂ, ਵਰਕਰ ਵਾਂਗ, ਗੁਰੂ ਦੇ ਕਾਮੇ ਵਾਂਗ ਕੰਮ ਕਰਦੇ ਰਹਿੰਦੇ ਨੇ। ਕੰਮ ਉਹ ਗੁਰੂ ਦਾ ਕਰਾਉਂਦੇ ਨੇ, ਆਪਣਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ। ਪਰ ਗੁਰੂ ਫਿਰ ਕਹਿਣਗੇ ਤੁਸੀਂ ਉਹਦੇ ਚਰਨ ਧੋ ਕੇ ਪੀਓ, ਪਰ ਉਹ ਚਰਨ ਧੋਣ ਨਹੀਂ ਦੇਗਾ। ਇਹ ਉਹਦੀ ਨਿਸ਼ਾਨੀ ਹੈ। ਇਹ ਦੋਵਾਂ ਦੇ ਵਿੱਚ ਵਿਰੋਧਾਭਾਸ ਲੱਗਦਾ, ਵੱਖਰਾਪਣ ਲੱਗਦਾ। ਤਾਂ ਸਤਿਗੁਰੂ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਕਿਉਂਕਿ ਗੁਰੂ ਨੂੰ ਪਤਾ ਹੈ ਵੀ ਸਾਧੂਆਂ ਦੇ ਰਾਹੀਂ ਇਹਨੇ ਇੱਥੋਂ ਤੱਕ ਆਉਣਾ, ਸ਼ਬਦ ਨਾਲ, ਨਾਮ ਨਾਲ ਜੁੜਨਾ। ਅਰਪ ਸਾਧ ਕੋ ਆਪਣਾ ਜੀਓ, ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਜਿਹੜਾ ਮਨ ਹੈ, ਉਹ ਤੂੰ ਉਹਨਾਂ ਨੂੰ ਸੌਂਪ ਦੇ, ਉਹਨਾਂ ਨੂੰ ਅਰਪਣ ਕਰ ਦੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਰਪ ਸਾਧ ਕੋ ਆਪਣਾ ਜੀਓ, ਆਪਣੀ ਜਿੰਦ, ਆਪਣਾ ਮਨ, ਆਪਣਾ ਜੀਵਨ ਸਾਧੂਆਂ ਨੂੰ ਸੌਂਪ ਦੇ, ਭਾਵ ਆਪਣੀ ਮਰਜ਼ੀ ਛੱਡ ਦੇ। ਹਜ਼ੂਰ ਕਹਿੰਦੇ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ। ਜਿਹਦੇ ਨਾਲ ਪਿਆਰ ਹੋਵੇਗਾ ਸਾਧ ਸੰਗਤ, ਉਹਦੇ ਨਾਲ ਇਹ ਚੀਜ਼ਾਂ ਵਰਤਣਗੀਆਂ, ਦੂਸਰੇ ਨਾਲ ਨਹੀਂ। ਕਹਿੰਦੇ ਸਾਧੂਆਂ ਦੀ ਧੂੜ ਨਾਲ ਇਸ਼ਨਾਨ ਕਰੋ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਦੋ ਸੱਜਣ ਆਏ ਸਨ, ਮਥੂ ਤੇ ਮੁਰਾਰੀ। ਰੋਗ ਨਾਲ ਪੀੜਤ ਸਨ, ਰੋਗੀ ਸਨ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਉਹਨਾਂ ਦਾ ਰੋਗ ਹਟਾਉਣ ਵਾਸਤੇ। ਜਿਹੜੇ ਜਲ ਨਾਲ ਆਪ ਇਸ਼ਨਾਨ ਕਰਦੇ ਸਨ, ਉਹਨਾਂ ਦਾ ਇਸ਼ਨਾਨ ਕਰਾਇਆ ਉਸ ਜਲ ਨਾਲ, ਉਹਨਾਂ ਦਾ ਰੋਗ ਦੂਰ ਹੋ ਗਿਆ। ਕਿਉਂਕਿ ਉਹ ਸਰੀਰ ਬਰਕਤਾਂ ਵਾਲਾ ਸਰੀਰ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦਾ ਰੋਗ ਹਟਿਆ। ਔਰ ਉਹ ਦਾਤ ਫਿਰ ਉਹਨਾਂ ਨੇ ਫਿਰ ਸਾਧ ਸੰਗਤ ਵਿੱਚ ਰੱਖੀ। ਇਸ ਕਰਕੇ ਗੁਰਮਤਿ ਦੇ ਵਿੱਚ ਚਰਨ ਧੋ ਕੇ ਪੀਣ ਦਾ ਇਹ ਕਨਸੈਪਟ ਚੱਲਦਾ ਹੈ। ਕਿਤੇ ਕਿਤੇ ਚੱਲਦਾ, ਹੁਣ ਤੇ ਗਾਇਬ ਹੋ ਗਿਆ। ਜਿਉਂ ਜਿਉਂ ਵਿਦਿਆ ਵਧੀ ਹੈ, ਇਹਦੇ ਦੋ ਕਾਰਨ ਨੇ। ਇੱਕ ਤੇ ਸਾਧ ਸੰਗਤ ਜੀ ਪਖੰਡਵਾਦ ਬਹੁਤਾ ਚੱਲ ਗਿਆ, ਤੇ ਇੱਕ ਵਿਦਿਆ ਬਹੁਤੀ ਵੱਧ ਗਈ। ਉਸ ਪਖੰਡਵਾਦ ਦੇ ਕਾਰਨ ਵੀ ਇਹ ਪਰੰਪਰਾ ਬੰਦ ਹੁੰਦੀ ਜਾ ਰਹੀ ਹੈ। ਕਿਉਂਕਿ ਜਿਹੜੇ ਅਸਲੀ ਨੇ ਉਹਨਾਂ ਨੇ ਕਹਿਣਾ ਨਹੀਂ ਸਾਡੇ ਚਰਨ ਧੋ, ਤੇ ਦੂਜਿਆਂ ਨੇ ਆਪਣੇ ਚੇਲੇ ਬਾਲ ਕੇ ਭੇਜ ਦੇਣੇ ਨੇ ਵੀ ਆ ਰਹੇ ਆ, ਧੋਣ ਦੀ ਤਿਆਰੀ ਕਰੋ। ਤਾਂ ਇਸ ਤਰ੍ਹਾਂ ਫਿਰ 22 ਮੰਜੀਆਂ ਵਾਲਾ ਸਿਲਸਿਲਾ ਚੱਲ ਸਕਦਾ। ਪਰ ਦੂਜੇ ਪਾਸੇ ਸਾਧ ਸੰਗਤ ਜਿਹੜਾ ਗਿਆਨ ਹੈ, ਉਹ ਬਿਲਕੁਲ ਹੀ ਇਹਨੂੰ ਕੱਟਣ ਤੇ ਤੁਰ ਪਿਆ ਵੀ ਇਹਨੂੰ ਸਾਫ਼ ਹੀ ਕਰ ਦਿਓ, ਲੋੜ ਹੀ ਨਹੀਂ ਚਰਨ ਧੂੜ ਦੀ, ਨਾ ਕਿਸੇ ਜਲ ਦੀ, ਨਾ ਕਿਸੇ ਹੋਰ ਸਰੋਵਰ ਦੀ। ਉਹ ਦੂਸਰੇ ਪਾਸੇ ਚੱਲ ਪਏ। ਇਸ ਕਰਕੇ ਇਹਨੂੰ ਬੜੇ ਸੁਚੇਤ ਹੋ ਕੇ ਸਮਝਣਾ ਚਾਹੀਦਾ। ਔਰ ਸਤਿਗੁਰੂ ਕਹਿ ਰਹੇ ਨੇ ਕਿ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਗੁਰਮੁਖ ਉਤੋਂ, ਸਾਧੂ ਉਤੋਂ, ਸੰਤ ਉਤੋਂ ਕੁਰਬਾਨ ਜਾਣਾ ਚਾਹੀਦਾ। ਹਜ਼ੂਰ ਕਹਿੰਦੇ ਸਾਧ ਸੇਵਾ ਵੱਡ ਭਾਗੀ ਪਾਈਐ। ਇਹ ਜਿੰਨੇ ਸ਼ਬਦ ਨੇ ਇੱਕ ਵਚਨ ਨੇ। ਇੱਥੇ ਸਾਧ ਦੇ ਅਰਥ ਨੇ ਇੱਕ ਸਾਧੂ, ਇਹ ਸਾਰੇ ਇੱਕ ਵਚਨ ਨੇ। ਪਰ ਅਖੀਰ ਤੇ ਜਾ ਕੇ ਇਹ ਇੱਕ ਵਚਨ ਨਹੀਂ ਰਹੇਗਾ। ਅਖੀਰ ਤੇ ਜਾ ਕੇ ਬਹੁ ਵਚਨ ਵਿੱਚ ਜ਼ਿਆਦੇ ਸਾਧੂਆਂ ਦੀ ਗੱਲ ਹੋਈ। ਵੱਡੇ ਭਾਗਾਂ ਦੁਆਰਾ ਸਾਧ ਸੰਗਤ ਵਿੱਚ ਮਨੁੱਖ ਬੈਠ ਸਕਦਾ ਹੈ। ਖਿਆਲ ਰੱਖਣਾ, ਇੱਥੇ ਬਹਿਣਾ ਵੀ ਕੋਈ ਭਾਗਾਂ ਤੋਂ ਬਿਨਾਂ ਨਹੀਂ।
ਜੇ ਭਾਗ ਅੰਦਰ ਨਹੀਂ ਨਾ ਬਣੇ, ਮਨੁੱਖ ਨੇ ਪ੍ਰੈਕਟਿਸ ਨਹੀਂ ਕੀਤੀ ਸਾਧ ਸੰਗਤ ਦੀ, ਸਾਧ ਸੰਗਤ ਆਦਮੀ ਬੈਠ ਹੀ ਨਹੀਂ ਸਕਦਾ, ਉਹਦੇ ਤੋਂ ਬੈਠਾ ਨਹੀਂ ਜਾਂਦਾ। ਉਹਦੇ ਜਿਹੜੇ ਭਾਗ ਨੇ ਨਾ ਉਹਨੂੰ ਅੰਦਰ ਅਚਬੀ ਲਾਉਂਦੇ ਨੇ, ਉਹਨੂੰ ਕੀੜੀਆਂ ਵੱਢਦੀਆਂ ਬੈਠਣ ਲੱਗਿਆ ਸੰਗਤ ਵਿੱਚ, ਬੜਾ ਬੇਚੈਨ, ਬੈਠ ਨਹੀਂ ਸਕੇਗਾ। ਤੇ ਜਿਹਦੇ ਭਾਗ ਨੇ ਉਹਦਾ ਮਨ ਟਿਕ ਜਾਏਗਾ। ਇਸ ਕਰਕੇ ਤੁਲਸੀ ਜੀ ਨੇ ਸੰਗਤ ਬਾਰੇ ਕਿਹਾ ਕਿ ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣਿਓ ਨਾ ਜਾਏ। ਜੇ ਸੰਗਤ ਵਿੱਚ ਆਉਣ ਵਿੱਚ ਰੁਕਾਵਟ ਪੈਂਦੀ ਹੈ ਨਾ, ਇਹਦੇ ਅਰਥ ਸਮਝ ਲੈਣ। ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣਿਓ ਨਾ ਜਾਏ, ਕਹਿ ਊਂਘੈ, ਜਾਂ ਤੇ ਉਹ ਬੰਦਾ ਊਂਘਣ ਲੱਗ ਪਏਗਾ, ਥੋੜਾ ਥੋੜਾ ਸੌਣ ਲੱਗ ਪਏਗਾ, ਕਦੀ ਸੁਣੇਗਾ ਕਦੀ ਛੱਡ ਦੇਗਾ। ਕਹਿ ਊਂਘੈ ਕਹਿ ਲੜ ਪਰੈ, ਤੇ ਜਾਂ ਇੱਕ ਦੂਜੇ ਨੂੰ ਅਰਕਾ ਮਾਰੇਗਾ ਵੀ ਚੱਲੀਏ ਵਿੱਚੋਂ। ਇੱਥੇ ਕੀ ਹੈ? ਉਹੀ ਗੱਲਾਂ ਨੇ ਜਿਹੜੀਆਂ ਰੋਜ਼ ਕਥਾ ਵਿੱਚ ਆਉਂਦੀਆਂ। ਕਹਿ ਲੜ ਪਰੈ, ਕਹਿ ਘਰ ਕੋ ਉੱਠ ਜਾਏ, ਤੇ ਜਾਂ ਉੱਠ ਕੇ ਘਰ ਨੂੰ ਚਲਾ ਜਾਏਗਾ। ਇਹ ਤਾਂ ਹੁੰਦਾ ਹੈ ਜੇ ਉਸ ਮਨੁੱਖ ਦੀ ਭਾਗ ਲੜੀ ਵਿੱਚ ਕਿਤੇ ਕਮਜ਼ੋਰੀ ਹੈ। ਇਹਦਾ ਇਲਾਜ ਇੱਕੋ ਇੱਕ ਕਿ ਮਨੁੱਖ ਨਿਰਯਤਨ ਲਗਾਤਾਰ ਯਤਨ ਕਰੀ ਜਾਏ, ਲਗਾਤਾਰ ਤੁਰੇ, ਹੋਰ ਕਿਤੇ ਭਾਗ ਨਹੀਂ ਬਣਨਗੇ, ਯਤਨ ਕਰਦਾ ਰਵੇ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਸਾਧ ਕੀ ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਸਾਧੂ ਸੰਗਤ ਦੀ ਸਭ ਤੋਂ ਵੱਡੀ ਨਿਸ਼ਾਨੀ ਉੱਥੇ ਪ੍ਰਭੂ ਦੀ ਉਸਤਤ ਦੀ ਗੱਲ ਚੱਲੇਗੀ। ਸਭ ਤੋਂ ਵੱਡੀ ਉਹਦੀ ਨਿਸ਼ਾਨੀ ਉਹਦੇ ਕੋਲ ਬੈਠਿਆਂ ਉਹਨਾਂ ਦੇ ਨਾਲ ਰਿਹਾ ਪ੍ਰਭੂ ਦੀ ਗੱਲ ਚੱਲੇਗੀ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਅਨੇਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਇਹ ਜਿਹੜੇ ਸਾਧੂ ਨੇ ਨਾ, ਗੁਰਮੁਖ ਪਿਆਰੇ ਹਨ, ਐਸੇ ਬਿਘਨਾਂ ਤੋਂ ਬਚਾ ਲੈਂਦੇ ਨੇ ਜਿਹੜੇ ਸਾਡੀ ਜ਼ਿੰਦਗੀ ਵਿੱਚ ਆਉਣੇ ਹੁੰਦੇ। ਔਰ ਗੁਰੂ ਕੇ ਸਵਾਰੇ ਉਹਨਾਂ ਦੀ ਵਿਆਖਿਆ ਵੀ ਕੋਈ ਨਹੀਂ ਹੁੰਦੀ, ਪਤਾ ਹੀ ਨਹੀਂ ਲੱਗਦਾ ਵੀ ਆਏ ਵੀ ਨੇ ਕਿ ਨਹੀਂ, ਨਿਕਲ ਗਏ ਬਾਈਪਾਸ ਉੱਪਰੋਂ ਦੀ ਲੰਘ। ਸਾਨੂੰ ਪਤਾ ਨਹੀਂ ਲੱਗਦਾ ਸਾਧ ਸੰਗਤ ਦਾ, ਉਹਦੇ ਵਿੱਚ ਕਈ ਚੀਜ਼ਾਂ ਸਾਡੇ ਕੋਲੋਂ ਗੁਜ਼ਰ ਜਾਂਦੀਆਂ, ਲੰਘ ਜਾਂਦੀਆਂ, ਬਚ ਜਾਂਦੇ ਅਸੀਂ ਸਾਧ ਸੰਗਤ ਵਿੱਚ, ਕਿਉਂਕਿ ਉਹਦੀ ਵਿਆਖਿਆ ਨਹੀਂ ਕਰਨਗੇ, ਉੱਥੇ ਉਹ ਆਪਣਾ ਆਪ ਜਤਾਉਣਗੇ ਨਹੀਂ। ਅਨੇਕ ਬਿਘਨ ਤੇ ਸਾਧੂ ਰਾਖੈ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਉਹ ਸਮਰੱਥ ਹੁੰਦੇ ਨੇ, ਤਾਕਤ ਵਾਲੇ ਹੁੰਦੇ ਨੇ, ਬਰਕਤਾਂ ਵਾਲੇ। ਉਹਨਾਂ ਦੀ ਅਰਦਾਸ ਰੱਬ ਦੇ ਦਰ ਤੇ ਪ੍ਰਵਾਨ ਹੁੰਦੀ ਹੈ, ਤਾਂ ਉਹ ਸਾਧ ਸੰਗਤ ਬਿਘਨਾਂ ਤੋਂ ਬਚਾ ਲੈਂਦੇ ਨੇ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਤੇ ਜਿਹੜੇ ਲੋਕ ਉਹਨਾਂ ਦੀ ਸੰਗਤ ਕਰਦੇ ਨੇ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਔਰ ਅੰਮ੍ਰਿਤ ਰਸ ਨੂੰ ਚੱਖਦੇ ਨੇ, ਭਾਵ ਪ੍ਰਭੂ ਦੇ ਨਾਮ ਦੇ ਪ੍ਰੇਮ ਨੂੰ ਪੀਂਦੇ ਹਨ। ਇਸ ਸਾਰੇ ਪਦੇ ਦੇ ਅਖੀਰ ਤੇ ਫਿਰ ਇਹਨੂੰ ਸੰਤ ਜਨਾਂ ਨਾਲ ਜੋੜਿਆ ਤੇ ਬਹੁਵਚਨ ਵਿੱਚ ਕਹਿ ਦਿੱਤਾ। ਹਜ਼ੂਰ ਕਹਿੰਦੇ ਓਟ ਗਹੀ ਸੰਤਹਿ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਓਟ ਗਹੀ, ਆਸਰਾ ਮਿਲ ਗਿਆ, ਸਹਾਰਾ ਮਿਲ ਗਿਆ ਡੋਲਨ। ਬਸ ਇੱਕੋ ਹੀ ਲਾਭ ਹੈ ਸਾਧ ਸੰਗਤ ਵਿੱਚ। ਸਾਧ ਸੰਗਤ ਚੀਜ਼ਾਂ ਤਾਂ ਉਹ ਹੀ ਨੇ। ਇਹ ਨਾ ਖਿਆਲ ਕਰਨਾ ਵੀ ਅਸੀਂ ਕੁਝ ਸਿੱਖਣ ਵਾਸਤੇ ਆਉਂਦੇ ਹਾਂ, ਇਹ ਨਹੀਂ ਹੁੰਦਾ। ਚੀਜ਼ਾਂ ਤੇ ਅਸੀਂ ਬੜੇ ਬੜੇ ਚਿਰ ਦੀਆਂ ਸਿੱਖੀਆਂ ਨੇ, ਸਾਨੂੰ ਯਾਦ ਨੇ ਸਾਰੀਆਂ ਚੀਜ਼ਾਂ, ਪਰ ਉਹਦੇ ਵਿੱਚ ਪਰਪੱਕਤਾ ਮਿਲ ਜਾਂਦੀ। ਇੱਕ ਅਸੀਂ ਸਟੈਂਡ ਹੋ ਜਾਂਦੇ ਹਾਂ, ਸਾਡੇ ਮਨ ਨੂੰ ਰਿਪੀਟ ਕਰਵਾ ਕੇ ਪੂਰੀ ਤਰ੍ਹਾਂ ਫਿਰ ਤਿਆਰ ਕਰ ਦਿੱਤਾ ਜਾਂਦਾ ਹੈ। ਮਨ ਫਿਰ ਖੜਾ ਹੋ ਜਾਂਦਾ, ਡੁੱਲਿਆ ਹੋਇਆ ਮਨ, ਡਿੱਗਿਆ ਹੋਇਆ ਫਿਰ ਸ਼ਕਤੀ ਵਿੱਚ ਆ ਜਾਂਦਾ। ਇਹ ਲਾਭ ਹੁੰਦਾ। ਓਟ ਗਹੀ, ਉਹਨਾਂ ਦੀ ਓਟ, ਉਹਨਾਂ ਦਾ ਆਸਰਾ ਮਿਲ ਜਾਂਦਾ। ਸੰਤਹਿ ਦਰ ਆਇਆ, ਸਾਧੂਆਂ ਦੇ ਦਰ ਤੇ ਆ ਕੇ ਓਟ ਮਿਲ ਜਾਂਦੀ ਹੈ। ਹਜ਼ੂਰ ਕਹਿੰਦੇ ਸਰਬ ਸੁਖ ਨਾਨਕ ਤੇ ਪਾਇਆ। ਫਿਰ ਉਸ ਮਨੁੱਖ ਨੇ ਸਰਬ ਸੁੱਖਾਂ ਦੀ ਪ੍ਰਾਪਤੀ ਕਰ ਲਈ, ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਈ। ਹਜ਼ੂਰ ਕਹਿੰਦੇ ਮਿਰਤਕ ਕੋ ਜੀਵਾਲਣ ਹਾਰ, ਭੂਖੇ ਕੋ ਦੇਵਤ ਆਧਾਰ। ਪ੍ਰਭੂ ਦੀ ਸ਼ਰਨ ਵਿੱਚ ਜਿਹੜੇ ਲੋਕ ਆਉਂਦੇ ਨੇ, ਮਿਰਤਕ ਸਨ, ਬਿਲਕੁਲ ਅੰਦਰੋਂ ਮਰੇ ਹੋਏ ਸਨ। ਉਹਨਾਂ ਦਾ ਅੰਦਰਲਾ ਸਰੀਰ ਮਿਰਤਕ ਸੀ, ਮੌਤ ਹੋ ਚੁੱਕੀ ਸੀ ਉਹਦੀ, ਉਹਨੂੰ ਜ਼ਿੰਦਗੀ ਮਿਲ ਗਈ, ਜੀਵਨ ਮਿਲ ਗਿਆ ਅੰਦਰਲੇ ਹਿੱਸੇ ਨੂੰ। ਇੱਥੇ ਸਰੀਰ ਦੀ ਗੱਲ ਨਹੀਂ ਕਰ ਰਹੇ, ਸਰੀਰ ਨੂੰ ਵੀ ਜਿੰਦਾ ਕਰ ਸਕਦੇ, ਪਰ ਇੱਥੇ ਜਿਹੜੇ ਅਰਥ ਨੇ, ਭਾਵ ਅਰਥ ਕਹਿੰਦੇ ਸਾਡੇ ਅੰਦਰ ਦਾ ਹਿੱਸਾ ਇੱਕ ਮਰਿਆ ਹੋਇਆ ਹੈ,
ਉਹਨੂੰ ਅਸੀਂ ਜਿਉਂਦੇ ਕਰਨਾ, ਖੁਰਾਕ ਦੇ ਕੇ ਉਹਨੂੰ ਖੜੇ ਕਰਨਾ। ਜੋ ਅੰਦਰੋਂ ਜਿਉਂਦਾ ਹੋ ਗਿਆ ਉਹਦੀ ਫਿਰ ਮੌਤ ਨਹੀਂ ਆਉਂਦੀ। ਬਾਹਰਲਾ ਹਿੱਸਾ ਕਈ ਵਾਰੀ ਸਾਡਾ ਜਿੰਦਾ ਹੋਇਆ ਫਿਰ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ, ਕਿਉਂਕਿ ਅੰਦਰਲਾ ਮਰਿਆ ਹੋਇਆ ਹੈ। ਅੰਦਰਲਾ ਹਿੱਸਾ ਨਾਮ ਨੇ ਜਿਉਂਦਾ ਕਰਨਾ, ਫਿਰ ਜੀਵਨ ਦਾ ਪਤਾ ਲੱਗੇਗਾ ਜੀਵਨ ਹੈ ਕੀ ਹੈ। ਅਜੇ ਕੋਈ ਸਮਝ ਨਹੀਂ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਜੀਵਨ ਮਿਲਦਾ ਹੈ ਉਦੋਂ ਜਦੋਂ ਸਾਡੇ ਅੰਦਰਲਾ ਹਿੱਸਾ ਜਿਉਂ ਪੈਂਦਾ ਹੈ, ਜਦੋਂ ਪੂਰੀ ਤਰ੍ਹਾਂ ਤਾਕਤਵਰ ਹੋ ਜਾਂਦਾ, ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਸਾਡੀ ਮੌਤ ਨਹੀਂ ਹੋ ਸਕਦੀ। ਮਿਰਤਕ ਕੋ ਜੀਵਾਲਨਹਾਰ। ਅਕਾਲ ਪੁਰਖ ਦੀ ਐਸੀ ਬਖਸ਼ਿਸ਼ ਹੈ ਕਿ ਉਹ ਮਿਰਤਕ ਜੀਵਨ ਨੂੰ ਜਿੰਦਾ ਕਰ ਦਿੰਦੇ ਹਨ। ਫਿਰ ਕਹਿੰਦੇ ਭੂਖੇ ਕੋ ਦੇਵਤ ਆਧਾਰ। ਇਸ ਭੁੱਖੇ ਮਨ ਨੂੰ ਜਿਹੜਾ ਤ੍ਰਿਸ਼ਨਾ ਦੇ ਅਧੀਨ ਦਿਨ ਰਾਤ ਰੋਂਦਾ ਰਹਿੰਦਾ ਸੀ, ਕਲਪਦਾ ਰਹਿੰਦਾ ਸੀ, ਤ੍ਰਿਪਤੀ ਦੇ ਦਿੱਤੀ, ਆਧਾਰ ਦੇ ਦਿੱਤਾ, ਸਹਾਰਾ ਦੇ ਦਿੱਤਾ। ਹਜ਼ੂਰ ਕਹਿੰਦੇ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ। ਬਸ ਇੱਕ ਵਾਰੀ ਉਹ ਦ੍ਰਿਸ਼ਟੀ ਭਰ ਕੇ ਪਾ ਦੇ, ਸਾਰੇ ਦੇ ਸਾਰੇ ਖਜ਼ਾਨੇ ਉਹਦੀ ਦ੍ਰਿਸ਼ਟੀ ਵਿੱਚ ਮੌਜੂਦ ਨੇ, ਉਹਦੀ ਨਜ਼ਰ ਵਿੱਚ ਭਰੇ ਹੋਏ ਨੇ। ਪਰ ਇੰਨੇ ਖਜ਼ਾਨੇ ਹੋਣ ਦੇ ਬਾਵਜੂਦ ਅੱਗੇ ਸਤਿਗੁਰੂ ਕਹਿੰਦੇ ਪੂਰਬ ਲਿਖੇ ਕਾ ਲਹਿਣਾ ਪਾਹੇ। ਹੁਣ ਇਹ ਭਾਗ ਸਾਡੇ ਕੋਲ ਭਾਂਡਾ ਨਹੀਂ ਤੇ ਵਰਤਾਵਾ ਅੱਗੇ ਨਿਕਲ ਜਾਂਦਾ। ਜਿਵੇਂ ਸਵੇਰੇ ਵੀ ਇਹ ਵਿਸ਼ਾ ਚੱਲਿਆ ਸੀ, ਭਾਂਡਾ ਕੋਲ ਨਾ ਹੋਵੇ ਤੇ ਵਰਤਾਵਾ ਪਾਉਣ ਲੱਗਾ ਵੀ ਚੱਕ ਜਾਂਦਾ, ਵਾਪਸ ਕੱਢ ਲੈਣਾ। ਉਹਦੇ ਕੋਲ ਕਮੀ ਨਹੀਂ ਹੈ ਭੋਜਨ ਦੀ। ਇਸੇ ਤਰ੍ਹਾਂ ਪ੍ਰਭੂ ਦੇ ਘਰ ਵਿੱਚ ਕਿਸੇ ਚੀਜ਼ ਦੀ, ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਡੇ ਕੋਲ ਪੂਰਬਲਾ ਭਾਗ ਭਾਂਡਾ ਨਹੀਂ ਹੈ, ਨਾ ਅਸੀਂ ਹੁਣ ਬਣਾਉਂਦੇ ਹਾਂ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਸਮਾਂ ਗੁਜ਼ਾਰ ਦਿੰਦੇ ਹਾਂ। ਵਿਸ਼ਾ ਸਵੇਰੇ ਆਪਾਂ ਪੂਰੀ ਤਰ੍ਹਾਂ ਵਿਚਾਰਿਆ ਸੀ, ਭਾਗ ਕਿਵੇਂ ਬਣਦੇ ਨੇ, ਭਾਂਡਾ ਕਿਵੇਂ ਬਣਦਾ। ਹਜ਼ੂਰ ਕਹਿੰਦੇ ਪੂਰਬ ਲਿਖੇ ਕਾ ਲੈਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨਾ ਜੋਗ। ਉਹਦੇ ਹੱਥਾਂ ਵਿੱਚ ਸਾਰੀਆਂ ਦਾਤਾਂ ਨੇ ਔਰ ਉਹ ਸਭ ਕੁਝ ਕਰਨ ਯੋਗ, ਕਰਨ ਵਾਲਾ ਹੈ, ਸਭ ਕੁਝ ਕਰ ਸਕਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਤਿਸ ਬਿਨ ਦੂਸਰ ਹੋਵਾ ਨਾ ਹੋਗ। ਉਹਦੇ ਤੋਂ ਬਿਨਾ ਦੇਣ ਵਾਲਾ ਦਾਤਾਰ ਅੱਜ ਤੱਕ ਨਾ ਕੋਈ ਹੋਇਆ, ਨਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਇਸ ਕਰਕੇ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏਕ ਕਰਨੀ। ਇਹ ਸਾਡਾ ਬਹੁਤ ਪੁਰਾਣਾ ਸਵਾਲ ਹੈ ਵੀ ਸਾਰਿਆਂ ਤੋਂ ਉੱਚਾ ਕੰਮ ਕਿਹੜਾ ਹੈ। ਧਰਮ ਦੇ ਮਾਰਗ ਤੇ ਆਦਮੀ ਖੋਜਦਾ ਰਹਿੰਦਾ, ਸਭ ਤੋਂ ਵਧੀਆ ਕੰਮ ਕਿਹੜਾ ਹੈ। ਕਿੰਨੇ ਕੰਮ ਨੇ ਗੁਰੂ ਨਾਨਕ ਦੇ ਘਰ ਵਿੱਚ, ਚੰਗਾ ਕੰਮ ਕਿਹੜਾ? ਹਜ਼ੂਰ ਨੇ ਇੱਥੇ ਉਹ ਦੱਸਿਆ। ਸਾਰਿਆਂ ਤੋਂ ਉੱਚੀ ਕਰਨੀ ਕਿਹੜੀ? ਸਭ ਤੇ ਊਚ ਨਿਰਮਲ ਇਹ ਕਰਨੀ ਕਿਹੜੀ? ਜਪ ਜਨ ਸਦਾ ਸਦਾ ਦਿਨ ਰਹਿਣੀ। ਦਿਨ ਰਾਤ ਹੈ ਥੋੜ੍ਹਾ ਜਿਹਾ ਔਖਾ, ਇਹਨੂੰ ਪਕਾਉਣਾ ਬੜਾ ਔਖਾ ਦਿਨ ਰਾਤ। ਔਰ ਇਹ ਬੜੇ ਸਮੇਂ ਬਾਅਦ ਗੁਰੂ ਦੀ ਕਿਰਪਾ ਦੁਆਰਾ ਇਹ ਦਾਤ ਮਿਲਦੀ ਏ, ਕਿਉਂਕਿ ਦਿਨ ਰਾਤ ਦਾ ਜਿਹੜਾ ਸਿਮਰਨ ਹੈ ਉਹਨੂੰ ਆਮ ਸਰੀਰ ਜਿਹੜਾ ਉਹ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਕਹਿੰਦੇ ਇਹ ਸਭ ਤੋਂ ਉੱਚੀ ਕਰਨੀ ਹੈ। ਜੇ ਕਿਸੇ ਨੇ ਕਮਾਈ ਕੀਤੀ ਹੋਵੇ, ਕਰਦਿਆਂ ਕਰਦਿਆਂ ਫਿਰ ਉਹਦੇ ਜੀਵਨ ਦੀ ਕਪੈਸਿਟੀ ਵੱਧ ਜਾਂਦੀ, ਉਹ ਕਰ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਪਰ ਸਹਿਜੇ ਸਹਿਜੇ ਕਰੇ ਤਾਂ ਹੋ ਸਕਦਾ ਹੈ। ਇਸ ਤਰ੍ਹਾਂ ਫਿਰ ਇਸ ਦਸ਼ਾ ਨੂੰ ਕਬੀਰ ਸਾਹਿਬ ਕਹਿੰਦੇ ਸੁਪਨੇ ਹੂੰ ਬਰਡਾਏ ਕਹਿ, ਜੇ ਮੁਕ ਨਿਕਸ ਹੈ ਰਾਮ। ਇਹ ਉਹ ਦਸ਼ਾ ਹੈ ਕਿ ਜਦੋਂ ਹੋਰ ਕੁਝ ਨਿਕਲਦਾ ਹੀ ਨਹੀਂ ਰਸਨਾ ਤੋਂ, ਬਸ ਉਹਦੀ ਆਵਾਜ਼ ਅੰਦਰ ਗੂੰਜਦੀ ਰਹਿੰਦੀ ਹੈ। ਜੇ ਮਨੁੱਖ ਬਾਹਰ ਗੱਲ ਕਰਦਾ ਵੀ ਹੈ ਤੇ ਅੰਦਰ ਕਿਤੇ ਨਾ ਕਿਤੇ ਉਹਦਾ ਕੰਮ ਚੱਲੀ ਜਾਂਦਾ ਨਾਲੋਂ ਨਾਲ। ਉਹਦੇ ਜੀਵਨ ਦੇ ਦੋ ਹਿੱਸੇ ਹੋ ਜਾਂਦੇ, ਉੱਥੇ ਜਾ ਕੇ ਥੋੜ੍ਹਾ ਜਿਹਾ ਗੱਲ ਸ਼ੁਰੂ ਹੁੰਦੀ। ਉਸ ਤੋਂ ਪਹਿਲਾਂ ਸਾਧ ਸੰਗਤ ਇਹ ਸਾਰਾ ਕੁਝ ਇਹ ਮੈਚ ਹੈ, ਇਹਦੇ ਵਿੱਚ ਫਿਰ ਕਈ ਕੁਝ ਚੱਲਦਾ। ਇਸ ਕਰਕੇ ਕਹਿੰਦੇ ਸਭ ਤੋਂ ਉੱਚੀ ਕਰਨੀ ਇਹ ਹੈ ਦਿਨ ਰਾਤ, ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੋ ਛੂਟੈ ਮਹਾਜਾਲ। ਤੇ ਇੱਕ ਮਹਾਜਾਲ ਹੈ ਸਾਡੇ ਅੰਦਰ। ਮਹਾਜਾਲ ਕਿਹੜਾ? ਤੁਸੀਂ ਵੇਖੋ ਕਿ ਵਿੱਚੋਂ ਕਿੰਨੇ ਵਿਚਾਰ ਉੱਠੀ ਜਾਣਗੇ, ਲਗਾਤਾਰ ਖਿਆਲ ਆਈ ਜਾਣਗੇ। ਉਹਨਾਂ ਨੂੰ ਅੰਦਰ ਮਹਿਸੂਸ ਕਰਕੇ ਬੰਦਾ ਹੈਰਾਨ ਹੋ ਜਾਂਦਾ ਕਿੱਥੋਂ ਆਈ ਜਾਂਦੇ।
ਇਹ ਜਾਲ ਹੈ ਵਿਚਾਰਾਂ ਦਾ, ਇਹਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ ਜੋ ਸਾਨੂੰ ਅੱਗੇ ਨਹੀਂ ਜਾਣ ਦਿੰਦਾ। ਤਾਂ ਇਸ ਜਾਲ ਨੂੰ ਤੋੜਨ ਦਾ ਹੋਰ ਕੋਈ ਤਰੀਕਾ ਨਹੀਂ, ਕਿਉਂਕਿ ਜਿਹੜਾ ਇਹ ਜਾਲ ਹੈ ਵਿਚਾਰਾਂ ਦਾ, ਇਹ 24 ਘੰਟੇ ਪਣਪਦਾ ਅੰਦਰੋਂ, ਇੱਕ ਪਲ ਲਈ ਵੀ ਇਹ ਰੁਕਦਾ ਨਹੀਂ। ਤੇ ਬਿਲਕੁਲ ਇਹਦੇ ਮੁਕਾਬਲੇ ਤੇ ਬਰਾਬਰ ਜਿਵੇਂ ਲਗਾਤਾਰ ਆਉਂਦਾ ਹੈ, ਸੋ ਛੂਟੈ ਮਹਾਜਾਲ ਤੇ ਜੇ ਗੁਰ ਸ਼ਬਦ ਨਿਰੰਤਰ। ਨਿਰੰਤਰ ਦਾ ਅਰਥ ਹੈ ਗਾਇਬ ਤੋਂ ਬਿਨਾਂ। ਲਗਾਤਾਰ ਜਦੋਂ ਗੁਰੂ ਕਾ ਸ਼ਬਦ ਅੰਦਰ ਰਹਿਣ ਲੱਗ ਪਵੇ ਤੇ ਫਿਰ ਇਹ ਜਾਲ ਨੂੰ ਕੱਟ ਦਿੰਦਾ ਹੈ। ਇਸ ਜਿੰਨਾ ਚਿਰ ਉਹ ਲਗਾਤਾਰਤਾ ਵਿੱਚ ਨਹੀਂ ਆਉਂਦਾ, ਬਸ ਥੋੜਾ ਜਿਹਾ ਇੱਕ ਦੋ ਜਾਲ ਵਿੱਚੋਂ ਮੋਰੀਆਂ ਨਿਕਲਦੀਆਂ ਨੇ, ਅਸੀਂ ਫਿਰ ਛੱਡ ਦਿੰਦੇ ਹਾਂ, ਫਿਰ ਉਹ ਜਾਲ ਪੱਕਾ ਕਰ ਲੈਂਦਾ ਉੱਥੇ। ਇਸ ਤਰ੍ਹਾਂ ਅੱਗੇ ਨਹੀਂ ਵੱਧਦਾ ਮਨੁੱਖ। ਤਾਂ ਹਜ਼ੂਰ ਕਹਿੰਦੇ ਸੋ ਛੂਟੈ ਮਹਾਜਾਲ ਤੇ ਜੇ ਗੁਰ ਸ਼ਬਦ ਨਿਰੰਤਰ। ਸਤਿਗੁਰੂ ਕਹਿੰਦੇ ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ। ਕਿਰਪਾ ਕਰਕੇ ਜਿਸ ਮਨੁੱਖ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ, ਉਹ ਨਿਰਮਲ ਭਾਵ ਅੰਦਰੋਂ ਸ਼ੁੱਧ ਹੋ ਜਾਂਦਾ ਹੈ, ਸ਼ੁੱਧਤਾ ਉਹਦੇ ਵਿੱਚ ਆ ਜਾਂਦੀ ਹੈ। ਸਹਿਬ ਕਹਿੰਦੇ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਇਸ ਜਨ ਆਵੇ ਹਰ ਪ੍ਰਭ ਚੀਤ। ਜਿਹਦੇ ਮਨ ਵਿੱਚ ਪ੍ਰਤੀਤ ਦੇ ਅਰਥ ਨੇ ਪੱਕਾ ਭਰੋਸਾ। ਇਹ ਕਈ ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਵਿੱਚ, ਵਿਸ਼ਵਾਸ, ਪ੍ਰਤੀਤ, ਭਰੋਸਾ, ਵੇਸਾ। ਵੱਖਰੇ ਵੱਖਰੀਆਂ ਅਵਸਥਾਵਾਂ ਵਿੱਚ ਜਦੋਂ ਵਿਸ਼ਵਾਸ ਲੈਂਦਾ, ਉਦੋਂ ਇਹਦੇ ਨਾਮ ਬਦਲ ਜਾਂਦੇ। ਪ੍ਰਤੀਤ ਦਾ ਅਰਥ ਹੈ ਪੱਕਾ ਭਰੋਸਾ, ਜਿਹੜਾ ਕਦੀ ਡੋਲਦਾ ਨਹੀਂ। ਜਿਹਦੇ ਮਨ ਵਿੱਚ ਕਹਿੰਦੇ ਪ੍ਰਤੀਤ ਆ ਜਾਂਦੀ ਆਪਣੇ ਗੁਰੂ ਤੇ, ਵਿਸ਼ਵਾਸ ਆ ਜਾਂਦਾ ਹੈ, ਉਹਨੂੰ ਪਰਮਾਤਮਾ ਚੇਤੇ ਆਉਣ ਲੱਗ ਪੈਂਦਾ। ਤਿਸ ਜਨ ਆਵੇ ਹਰ ਪ੍ਰਭ ਚੀਤ। ਤੇ ਇਸ ਤਰ੍ਹਾਂ ਦੀ ਦਸ਼ਾ ਨੂੰ ਜਿਹੜਾ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹ ਭਗਤ ਸੁਣੀਐ ਤੇ ਉਹ ਲੋਏ। ਤਿੰਨਾਂ ਲੋਕਾਂ ਵਿੱਚ, ਸਾਰੀ ਧਰਤੀ ਤੇ ਬ੍ਰਹਿਮੰਡ ਵਿੱਚ, ਕੇਵਲ ਇੱਥੇ ਨਹੀਂ, ਆਪਣੇ ਸ਼ਹਿਰ ਵਿੱਚ ਨਹੀਂ, ਆਪਣੇ ਇਲਾਕੇ ਵਿੱਚ ਨਹੀਂ, ਉਹਦਾ ਨਾਮ ਸਾਧ ਸੰਗਤ ਹੋਰ ਬੜੀ ਦੁਨੀਆ ਵਿੱਚ ਚੱਲਦਾ, ਜਿਹਦਾ ਸਾਨੂੰ ਕੋਈ ਪਤਾ ਨਹੀਂ। ਉੱਥੇ ਵੀ ਜਾਣਦੇ ਨੇ ਉਸ ਨੂੰ, ਉਹ ਵੀ ਉਹਨੂੰ ਲੋਚਦੇ ਨੇ, ਉਹ ਵੀ ਲੱਭਦੇ ਫਿਰਦੇ ਨੇ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੋਲ ਆਉਂਦੇ ਰਹਿੰਦੇ। ਇਸ ਤਰ੍ਹਾਂ ਦਾ ਉਹ ਭਗਤ ਇੰਨੀ ਉੱਚੀ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ ਹੈ। ਭਗਤ ਸੁਣਿਆ ਤੇ ਉਹ ਲੋਏ। ਹਜ਼ੂਰ ਕਹਿੰਦੇ ਜਾਂ ਕੈ ਹਿਰਦੈ ਏਕੋ ਹੋਏ। ਉਹਦੇ ਹਿਰਦੇ ਵਿੱਚ ਇੱਕ ਤੋਂ ਬਿਨਾਂ ਦੂਸਰਾ ਕੋਈ ਆਉਂਦਾ ਹੀ ਨਹੀਂ, ਲਗਾਤਾਰ ਇੱਕ ਦੀ ਯਾਦ ਟਿਕੀ ਰਹਿੰਦੀ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ। ਉਹਦੀ ਕਰਨੀ ਤੇ ਰਹਿਤ ਸੱਚ ਨਾਲ ਭਰਪੂਰ ਰਹਿੰਦੀ ਹੈ। ਉਹਦਾ ਰਹਿਣਾ ਬਹਿਣਾ ਲੋਭ ਤੋਂ ਪਾਰ, ਵਾਸਨਾ ਉਹਦੇ ਜੀਵਨ ਵਿੱਚੋਂ ਵਿਲੀਨ ਹੋ ਗਈ, ਖਤਮ ਹੋ ਗਈ। ਲੋਭ ਉਹਦਾ ਥੱਕ ਗਿਆ, ਮੋਹ ਉਹਦਾ ਬਿਲਕੁਲ ਕਮਜ਼ੋਰ ਪੈ ਗਿਆ। ਇਹ ਸਾਰੀਆਂ ਚੀਜ਼ਾਂ ਉਹਦੇ ਅਧੀਨ ਆ ਜਾਂਦੀਆਂ ਹਨ, ਇਹਨਾਂ ਤੋਂ ਉੱਚਾ ਹੋ ਜਾਂਦਾ ਹੈ। ਕ੍ਰੋਧ ਦੀ ਜਿਹੜੀ ਅਗਨੀ ਹੈ ਉਹ ਵੀ ਸ਼ਾਂਤ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਉਹ ਇੱਕ ਉੱਚੀ ਰਹਿਤ ਦੀ ਪ੍ਰਾਪਤੀ ਕਰ ਲੈਂਦਾ ਤੇ ਵੱਡੀ ਕਰਨੀ ਵਾਲਾ ਹੋ ਜਾਂਦਾ। ਉਹਦਾ ਜੀਵਨ ਕਰਨੀ ਭਰਪੂਰ ਹੋ ਜਾਂਦਾ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ। ਉਹਦੇ ਹਿਰਦੇ ਵਿੱਚ ਸਦੀਵ ਕਾਲ ਵਾਸਤੇ ਸੱਚੇ ਨਾਮ ਦਾ ਜਿਹੜਾ ਟਿਕਾ ਹੈ, ਉਹ ਲਗਾਤਾਰ ਸਾਧ ਸੰਗਤ ਬਣਿਆ ਰਹਿੰਦਾ। ਸੱਚ ਹਿਰਦੈ ਸੱਚ ਮੁਖ ਕਹਿਤ। ਤੇ ਉਹਦੀ ਰਸਨਾ ਤੋਂ ਜੋ ਵੀ ਨਿਕਲਦਾ ਉਹ ਸੱਚ ਹੁੰਦਾ ਹੈ। ਆਮ ਸ਼ਬਦ ਵੀ ਉਹ ਨਾਮ ਵਿੱਚ ਜੁੜ ਜਾਂਦੇ ਨੇ। ਐਸੇ ਮਨੁੱਖ ਨੂੰ ਇਹ ਵਿਸ਼ੇਸ਼ਤਾ ਮਿਲ ਜਾਂਦੀ ਹੈ। ਬਹੁਤ ਫਰਕ ਹੈ ਸਾਧ ਸੰਗਤ ਐਸੇ ਜੁੜੇ ਵਿੱਚ ਤੇ ਆਪਣੇ ਵਿੱਚ। ਉਹ ਐਸੀ ਉਹਨੂੰ ਦਾਤ ਮਿਲ ਜਾਂਦੀ, ਜਦੋਂ ਆਮ ਗੱਲਾਂ ਕਰਦਾ ਉਹ ਵੀ ਨਾਮ ਵਿੱਚ ਐਡ ਹੁੰਦੀਆਂ ਨੇ, ਉਹਦੇ ਖਜ਼ਾਨੇ ਵਿੱਚ ਪੈ ਜਾਂਦੀਆਂ। ਤੇ ਜਿੰਨਾ ਚਿਰ ਆਦਮੀ ਡੂੰਘਾਈ ਵਿੱਚ ਨਹੀਂ ਜਾਂਦਾ, ਉਹਨਾਂ ਚਿਰ ਨਾਮ ਵੀ ਇੰਨਾ ਜਲਦੀ ਲੇਖੇ ਵਿੱਚ ਨਹੀਂ ਪੈਂਦਾ। ਬਹੁਤ ਫਰਕ ਹੈ। ਜੋ ਵੀ ਕਰੇਗਾ ਉਹ ਨਾਮ ਬਣ ਜਾਂਦਾ। ਉਹਦਾ ਖਾਣਾ ਪੀਣਾ, ਪਹਿਨਣਾ, ਬੋਲਣਾ, ਤੁਰਨਾ ਫਿਰਨਾ, ਹਰ ਇੱਕ ਕਿਰਿਆ ਉਹਦੀ ਨਾਮ ਵਿੱਚ ਆਪਣੇ ਆਪ ਹੀ ਤਬਦੀਲ ਹੋ ਜਾਂਦੀ ਹੈ। ਇੱਕ ਇੱਕ ਪਲ ਉਹਦਾ ਆਪਣੇ ਆਪ ਨਾਮ ਵਿੱਚ ਸਿਮਰਨ ਵਿੱਚ ਜੁੜਦਾ ਰਹਿੰਦਾ। ਸੱਚ ਹਿਰਦੈ ਸੱਚ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ। ਉਹਦੀ ਦ੍ਰਿਸ਼ਟੀ ਨਜ਼ਰ ਸੱਚ ਨਾਲ ਭਰੀ ਜਾਂਦੀ। ਇਸ ਕਰਕੇ ਸਾਰਾ ਆਕਾਰ ਵੀ ਉਹਨੂੰ ਸੱਚਾ ਭਾਵ ਅਕਾਲ ਪੁਰਖ ਦਾ ਰੂਪ ਹੀ ਦਿਸਣ ਲੱਗ ਪੈਂਦਾ। ਸੱਚ ਵਰਤੈ, ਉਹਦੇ ਰਾਹੀਂ ਸੱਚ ਵਰਤਣ ਲੱਗ ਪੈਂਦਾ। ਇਹ ਸਭ ਤੋਂ ਵੱਡੀ ਕਲਾ ਸੰਸਾਰ ਵਿੱਚ। ਸੱਚ ਵਰਤੈ, ਸੱਚ ਦਾ ਅਰਥ ਹੈ ਸੱਚਾ ਨਾਮ,
परमात्मा ਉਹਦੇ ਰਾਹੀਂ ਬਾਹਰ ਵਰਤਦਾ ਹੈ, ਉਹਨੂੰ ਰਾਹ ਮਿਲ ਜਾਂਦਾ ਸੰਸਾਰ ਵਿੱਚ। ਵਰਤਾਵਾ ਹੈ ਉਹ ਇੱਕ ਭਾਂਡਾ ਹੈ ਰੱਬ ਦਾ, ਗੁਰੂ ਦਾ ਬਰਤਨ ਭਾਂਡਾ ਹੈ। ਇੱਕ ਤੇ ਵਰਤਾਵਾ ਹੁੰਦਾ ਨਾ, ਇੱਕ ਗ੍ਰਾਹਕ ਹੁੰਦਾ ਲੈਣ ਵਾਲਾ, ਗੁਰੂ ਤੇ ਵਰਤਾਵਾ ਹੈ, ਤੇ ਆਮ ਬੰਦਾ ਲੈਣ ਵਾਲਾ ਹੈ ਉਹਦੇ ਤੋਂ ਭੀਖ। ਤੇ ਜਿਹੜੇ ਗੁਰਮੁਖ ਨੇ ਉਹ ਕਟੋਰਾ ਨੇ ਗੁਰੂ ਦੇ ਹੱਥਾਂ ਵਿੱਚ, ਉਹਦੇ ਰਾਹੀਂ ਉਹ ਭਰ ਭਰ ਕੇ ਸੰਸਾਰ ਨੂੰ ਵੰਡਦੇ ਨੇ, ਉਹਦੇ ਰਾਹੀਂ ਦਿੰਦੇ ਹਨ। ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਵਰਤਦਾ ਹੈ ਸੱਚ, ਭਾਵ ਉਹਨਾਂ ਦੇ ਰਾਹੀਂ ਵਰਤਦਾ ਹੈ ਸੱਚ, ਵਰਤੈ ਸਾਚਾ ਪਸਾਰ। ਕਦੀ ਕਦੀ ਐਸੇ ਲੋਕ ਪਸਾਰਾ ਵੀ ਕਰਦੇ ਨੇ, ਪਸਾਰ ਵੱਖਰੇ ਵੱਖਰੇ ਉਹਨਾਂ ਦੇ ਤਰੀਕੇ ਨੇ। ਕੁਝ ਐਸੇ ਨੇ ਜਿਹੜੇ ਸਮੇਟੇ ਰਹਿਣਗੇ ਬਸ ਆਪਣੇ ਆਪ ਵਿੱਚ ਬੰਦ, ਉਹਨਾਂ ਨੂੰ ਉਸੇ ਤਰ੍ਹਾਂ ਦਾ ਅਕਾਲ ਪੁਰਖ ਵੱਲੋਂ ਹੁਕਮ ਹੁੰਦਾ, ਉਹ ਆਪਣੇ ਆਪ ਵਿੱਚ ਮਸਤ ਰਹਿੰਦੇ। ਪਰ ਕਈਆਂ ਨੂੰ ਹੁੰਦਾ ਵੀ ਤੁਸੀਂ ਪਸਾਰਾ ਕਰਨਾ, ਥੋੜ੍ਹਾ ਜਿਹਾ ਨੂੰ ਖਿਲਾਰਨਾ, ਵਰਤਾਉਣਾ, ਫਿਰ ਇੱਧਰੋਂ ਉੱਧਰੋਂ ਭਾਂਡੇ ਇਕੱਠੇ ਕਰਨੇ ਪੈਂਦੇ। ਸੱਚ ਵਰਤੈ ਸਾਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਜਿਨ੍ਹਾਂ ਨੇ ਪਾਰ ਬ੍ਰਹਮ ਨੂੰ ਸੱਚ ਕਰਕੇ, ਯਕੀਨ ਕਰਕੇ ਜਾਣ ਲਿਆ ਹੈ, ਨਾਨਕ ਸੋ ਜਨ ਸੱਚ ਸਮਾਤਾ। ਐਸੇ ਜਨ, ਐਸੇ ਪ੍ਰਭੂ ਦੇ ਪਿਆਰੇ ਸੱਚ ਵਿੱਚ ਲੀਨ ਹੋ ਜਾਂਦੇ ਨੇ, ਉਹਦੇ ਨਾਲ ਇੱਕ ਮਿੱਕ ਹੋ ਜਾਂਦੇ ਨੇ। ਆਓ 1-2 ਮਿੰਟ ਵਾਸਤੇ ਆਪਾਂ ਸਾਂਝ ਪਾਈਏ ਗੁਰੂ ਸ਼ਬਦ ਨਾਲ, ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।